राखो सरनाई। एक अरदास पाठ कीरत की, गुर रामदास राखो सरनाई। सो कहो टल गुर सेवियै, अहनिस सहज सुभाए। दर्शन परसिया गुरु कै, जन्म मरण दुख जाए। सतनाम श्री वाहिगुरु साहिब जी। सवैये महल्ले चौथे के चौथा। एक ओंकार सतगुर प्रसाद। एक मन पुरख निरंजन ध्यावो, गुर प्रसाद हर गुण सद गावो। एक मन पुरख निरंजन ध्यावो, गुर प्रसाद हर गुण सद गावो। गुण गावत मन होए बिगासा, सतगुर पूर जनह की आसा। सतगुर सेव परम पद पायो, अविनाशी अवगत ध्यायो। तिस भेटे दारद्र ना चंपै, कल सहार तास गुण जंपै। जंपो गुण बिमल सुजन जन केरे, अम्या नाम जाको फुरिया। इन सतगुर सेव शब्द रस पाया, नाम निरंजन उर धरिया। हर नाम रसिक गोबिंद गुण गाहक, चाहक तत् समत सरे। काव कल ठकर हरदास तने, गुर रामदास सर अपर भरे। हर नाम रसिक गोबिंद गुण गाहक, चाहक तत् समत सरे। काव कल ठकर हरदास तने, गुर रामदास सर अपर भरे। वाहिगुरु जी का खालसा, वाहिगुरु जी की फतेह। सच्चे पातशाह गुरु गरीब निवाज अंतरयामी, कोट ब्रह्मंडां दे साईं, धन धन चवर छतर तखत दे मालक श्री गुरु ग्रंथ साहिब महाराज जी की पावन पवित्र हजूरी का आनंद मान रही गुरु का खास रूप गुरु सवारी गुरु खालसा साध संगत जी, अज सच्चे पातशाह श्री गुरु रामदास महाराज जी का पावन पवित्र प्रकाश उत्सव है। श्री गुरु रामदास महाराज सच्चे पातशाह जिन्हां दा अवतरण चूना मंडी लाहौर 1534 विखे पिता हरदास जी के घर महाराज जी की आमद हुई है। श्री गुरु रामदास सच्चे पातशाह गुरु नानक साहब पातशाह दे चौथे स्वरूप गुरु नानक की चौथी गद्दी के उत्ते सुभाएमान पातशाह नूं गुरु अमरदास महाराज जी ने गुरता गद्दी का तिलक लवा के दीन दुनी का छत्र उन्होंने सीस ते चलाया है। सच्चे पातशाह धन गुरु रामदास महाराज जी का जो जीवन है वो अत्यंत बैराग भगती पवित्रता अते सिखां दे लई दयालता दे नाल भरिया होया है। पातशाह श्री गुरु रामदास महाराज जी
ਉਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੰਦਰ ਦਰਜ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ 30 ਰਾਗਾਂ ਦੇ ਅੰਦਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਚਾਰਨ ਕੀਤੀ ਹੈ। ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ 638 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਾਤਸ਼ਾਹ ਦੀ ਬਾਣੀ ਦੇ ਵੀ ਆਉਂਦੇ ਨੇ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋ ਆਪ ਜੀ ਨੇ ਭੱਟਾਂ ਦਾ ਸਵਈਆ ਸਰਵਣ ਕੀਤਾ ਹੈ, ਜਿੱਥੇ ਭੱਟਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ, ਗੁਰੂ ਅੰਗਦ ਦੇਵ ਪਾਤਸ਼ਾਹ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਸਤਤ ਆਪਣੇ ਸਵਈਆਂ 'ਚ ਕੀਤੀ ਹੈ, ਉੱਤੇ ਸਭ ਤੋਂ ਵੱਧ ਸਵਈਏ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਰਥਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦੇ ਅੰਦਰ 1396 ਅੰਗ ਦੇ ਉੱਤੇ ਭੱਟਾਂ ਦੇ ਸਵਈਏ ਲਿਖੇ ਨੇ। ਸਵਈਆਂ ਦਾ ਅਰਥ ਹੈ ਹੁੰਦਾ ਹੈ, ਜਦੋਂ ਭੱਟ ਸਾਹਿਬਾਨ ਪਹਿਲਾਂ ਕਿਸੇ ਦੁਨਿਆਵੀ ਸੱਜਣ ਦੇ ਘਰ ਪੁੱਤਰ ਹੁੰਦਾ ਸੀ ਜਾਂ ਕੋਈ ਖੁਸ਼ੀ ਆਉਂਦੀ ਸੀ ਤਾਂ ਭੱਟ ਸਾਹਿਬਾਨ ਕੀਰਤੀ ਗਾਉਂਦੇ ਸੀ, ਉਹਨਾਂ ਦੀ ਉਸਤਤ ਗਾਉਂਦੇ ਸੀ। ਅਸੀਂ ਵੀ ਸਾਰੇ ਅੱਜ ਇੱਥੇ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਹਾਂ। ਸਾਡੇ ਵੀ ਪੂਰਵਜਾਂ ਦੇ ਅੰਦਰ ਕੋਈ ਭੱਟ ਸਾਹਿਬਾਨ ਸੀਗੇ ਜੋ ਸਾਨੂੰ ਆ ਕੇ ਸਾਡੀ ਸਾਰੀ ਕੁਲ ਦਾ ਵੇਰਵਾ ਰੱਖਦੇ ਹੁੰਦੇ ਸੀਗੇ। ਸੋ ਉਹੀ ਭੱਟ ਸਾਹਿਬਾਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਵੀ ਉਸਤਤ ਕਰਦੇ ਨੇ। ਸੋ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਛੋਟੀ ਉਮਰ ਦੇ ਅੰਦਰ 7 ਸਾਲ ਦੀ ਉਮਰ ਦੇ ਅੰਦਰ ਚੂਨਾ ਮੰਡੀ ਲਾਹੌਰ ਵਿਖੇ ਘੁੰਗਣੀਆਂ ਵੇਚਦੇ ਸੀ। ਜਿਸ ਤਰ੍ਹਾਂ ਅਸੀਂ ਛੋਲਿਆਂ ਨੂੰ ਭੁੰਜ ਲਈਏ, ਉਸ ਤੇ ਨਮਕ ਮਸਾਲਾ ਲਾ ਲਈਏ ਤੇ ਉਸ ਨੂੰ ਘੁੰਗਣੀਆਂ ਕਹਿੰਦੇ ਨੇ। ਆਮ ਬੱਚੇ ਵੀ ਘਰ ਦੇ ਅੰਦਰ ਖਾਂਦੇ ਨੇ, ਬਜ਼ੁਰਗ ਵੱਡੇ ਵੀ ਖਾਂਦੇ ਨੇ। ਤੋਂ ਪਾਤਸ਼ਾਹ ਮਹਾਰਾਜ 7 ਸਾਲ ਦੀ ਉਮਰ ਦੇ ਅੰਦਰ ਘੁੰਗਣੀਆਂ ਦੀ ਇੱਕ ਛੋਟੀ ਜਿਹੀ ਛਪੜੀ ਲਾ ਕੇ ਜਦੋਂ ਗਏ, ਇੱਕ ਸਾਧੂ ਨੇ ਮਹਾਰਾਜ ਨੂੰ ਕਿਹਾ ਕਿ ਮੈਂ ਕਾਫੀ ਦਿਨ ਦਾ ਭੁੱਖਾ, ਮੈਨੂੰ ਘੁੰਗਣੀਆਂ ਛਕਾ ਦਿਓ, ਪਰ ਮੇਰੇ ਕੋਲ ਪੈਸੇ ਨਹੀਂ। ਜਦੋਂ ਪਾਤਸ਼ਾਹ ਮਹਾਰਾਜ ਨੇ ਉਹਨਾਂ ਨੂੰ ਛੋਟੀਆਂ ਗਲਾਸੀਆਂ 2 ਭਰ ਕੇ ਘੁੰਗਣੀਆਂ ਦੀ ਦੇ ਦਿੱਤੀਆਂ, ਉਪਰੰਤ ਸਾਧੂ ਕਹਿੰਦਾ ਮੇਰੀ ਭੁੱਖ ਨਹੀਂ ਮਿਟੀ, ਆਪ ਜੀ ਮੈਨੂੰ ਜਿੰਨੀ ਬਚੀਆਂ ਸਾਰੀਆਂ ਹੀ ਦੇ ਦਿਓ। ਪਾਤਸ਼ਾਹ ਮਹਾਰਾਜ ਸ਼ੁਰੂ ਤੋਂ ਬਿਰਤੀ ਬੈਰਾਗ ਵਿੱਚ ਸੀਗੀ, ਸਾਰੀ ਦੀ ਸਾਰੀ ਜਿਹੜੀ ਪਰਾਤ ਸੀ ਉਹ ਪਲਟ ਦਿੱਤੀ ਸਾਧੂ ਦੀ ਝੋਲੀ 'ਚ। ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਬਾਲਕ ਉਮਰ ਦੇ ਅੰਦਰ ਘਰ ਵਾਪਸ ਆਏ। ਪਿਤਾ ਜੀ ਨੇ ਕ੍ਰੋਧ ਕੀਤਾ, ਮਾਤਾ ਜੀ ਨੇ ਕਿਹਾ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ। ਛੋਟੀ ਉਮਰ ਦੇ ਅੰਦਰ ਵੀ ਪਾਤਸ਼ਾਹ 7 ਸਾਲ ਤੋਂ ਵੱਡੇ ਹੋਏ ਤੇ ਮਾਤਾ ਪਿਤਾ ਦਾ ਸਾਇਆ ਸੀਸ ਤੋਂ ਉੱਠ ਗਿਆ ਤੇ ਪਾਤਸ਼ਾਹ ਦੀ ਨਾਨੀ ਮਾਂ ਨੇ ਉਹਨਾਂ ਨੂੰ ਪਾਲਿਆ ਬਾਸਰਕੇ ਨਗਰ ਦੇ ਅੰਦਰ, ਜੋ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਤਕਰੀਬਨ 30 ਕਿਲੋਮੀਟਰ ਦੀ ਦੂਰੀ ਤੇ ਹੈ। ਤਰਨਤਾਰਨ ਸਾਹਿਬ ਮਹਾਰਾਜ ਜੀ ਬਾਸਰਕੇ ਨਗਰ ਦੇ ਡਿਸਟ੍ਰਿਕਟ ਪੈਂਦਾ ਹੈ। ਉੱਥੇ ਸੱਚੇ ਪਾਤਸ਼ਾਹ ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸੰਗਤ ਮਿਲਣ ਦੇ ਲਈ ਗੋਇੰਦਵਾਲ ਸਾਹਿਬ ਜਾ ਰਹੀ ਸੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਵੀ ਨਾਲ ਸੰਗਤ ਦੇ ਕੀਰਤਨ ਕਰਦੇ, ਵਾਹਿਗੁਰੂ 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 ਜਪਦੇ ਸ਼੍ਰੀ ਗੋਇੰਦਵਾਲ ਸਾਹਿਬ ਚਲੇ ਗਏ। ਜਦੋਂ ਗੋਇੰਦਵਾਲ ਸਾਹਿਬ ਜਾ ਕੇ ਦੇਖਿਆ ਤੇ ਸੰਗਤ ਬਹੁਤ ਪ੍ਰੇਮ ਦੇ ਨਾਲ ਸੇਵਾ ਕਰਦੀ। ਸਭ ਤੋਂ ਪਹਿਲੇ ਜਿਹੜੀ ਵੀ ਸੰਗਤ ਗੋਇੰਦਵਾਲ ਸਾਹਿਬ ਆਏ, ਸਾਰੇ ਤੀਰਥਾਂ ਨਾਲੋਂ ਇੱਕ ਨਵੇਲੀ ਰੀਤ ਉੱਥੇ ਸੀਗੀ, ਪਹਿਲੇ ਪੰਗਤ ਪਾਛੇ ਸੰਗਤ। ਗੁਰੂ ਘਰ ਦੇ ਅੰਦਰ ਅਸੀਂ ਆਈਏ ਨਾ ਤੇ ਅਸੀਂ ਪਹਿਲਾਂ ਲੰਗਰ ਹਾਲ ਜਾ ਕੇ ਲੰਗਰ ਵੀ ਛਕ ਸਕਦੇ ਹਾਂ, ਜਿਹਦੀ ਖੁਸ਼ੀ ਹੋਵੇ ਉਹ ਪਹਿਲਾਂ ਦਰਬਾਰ 'ਚ ਵੀ ਆ ਸਕਦਾ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਮਰਿਆਦਾ ਬਣਾਈ ਹੈ ਬਈ ਜਿਸ ਵਿਅਕਤੀ ਦਾ ਢਿੱਡ ਭਰਿਆ ਹੋਵੇਗਾ ਉਹੀ ਭਰੇ ਹੋਏ ਢਿੱਡ ਦੇ ਨਾਲ ਭਜਨ ਬੰਦਗੀ ਕਰ ਸਕਦਾ, ਸੁਣ ਸਕਦਾ। ਜੇ ਢਿੱਡ ਦੇ ਅੰਦਰ ਭੁੱਖ ਦੀ ਪਿਆਸ ਹੈ, ਭੁੱਖ ਪਿਆਸ ਲੱਗੀ ਹੋਈ ਹੈ, ਅਸੀਂ ਘੰਟਾ 2 ਘੰਟੇ ਬਹਿ ਕੇ ਕੀਰਤਨ ਸੁਣਨੇ ਦੇ ਅੰਦਰ ਮਨ ਨਹੀਂ ਟਿਕੇਗਾ। ਸੋ ਨਵੇਲੀ ਰੀਤ ਦੇਖੀ, ਪਹਿਲੇ ਪੰਗਤ ਪਾਛੇ ਸੰਗਤ। ਗੁਰੂ ਰਾਮਦਾਸ ਮਹਾਰਾਜ ਜੀ ਨੇ ਲੰਗਰ ਛਕਿਆ। ਬਾਲਕ ਉਮਰ ਸੀ 7 ਸਾਲ ਦੀ, ਮਨ ਬੜਾ ਤ੍ਰਿਪਤ ਹੋਇਆ। ਦਿਲ ਕੀਤਾ ਹੁਣ ਵਾਪਸ ਘਰ, ਮਾਤਾ ਪਿਤਾ ਤਾਂ ਨਹੀਂ ਨੇ, ਕੀ ਵਾਪਸ ਜਾਣਾ, ਇੱਥੇ ਹੀ ਪਾਤਸ਼ਾਹ ਨੂੰ ਆਗਿਆ ਮੰਗੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਮੈਂ ਤੁਹਾਡੇ ਦਰਬਾਰ ਦੇ ਅੰਦਰ ਗੋਇੰਦਵਾਲ ਸਾਹਿਬ ਰਹਿਣਾ ਚਾਹਨਾ। ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਬਹੁਤ ਖੁਸ਼ੀ ਦੀ ਗੱਲ ਹੈ, ਇੱਥੇ ਰਹੋ, ਸੇਵਾ ਕਰੋ, ਲੰਗਰ ਛਕੋ, ਹਰੀ ਦੇ ਵਾਹਿਗੁਰੂ ਅਕਾਲ ਪੁਰਖ ਦਾ ਭਜਨ ਕਰੋ। ਗੁਰੂ ਰਾਮਦਾਸ ਮਹਾਰਾਜ ਜੀ ਉੱਥੇ ਹੀ ਸੇਵਾ ਕਰਨ ਲੱਗ ਪਏ। ਉਹਨਾਂ ਦਾ ਨਾਮ ਗ੍ਰੰਥਾਂ ਦੇ ਅੰਦਰ ਪੁਰਾਣਾ ਭਾਈ ਜੇਠਾ ਜੀ ਵੀ ਆਇਆ ਹੈ।
ਕਈ ਗ੍ਰੰਥਾਂ ਦੇ ਅੰਦਰ ਨਾਮ ਰਮਦਾਸ ਵੀ ਆਇਆ, ਰਾਮਦਾਸ ਵੀ ਆਇਆ। ਉਹ ਵਾਦ ਵਿਵਾਦ ਦਾ ਵਿਸ਼ਾ ਨਹੀਂ, ਕਿਉਂਕਿ ਖਾਲਸਾ ਜੀ ਜੋ ਹੰਸ ਹੁੰਦੇ ਨੇ ਨਾ, ਹੰਸਾਂ ਦੀ ਬਿਰਤੀ ਗੁਰਸਿੱਖਾਂ ਦੀ ਹੁੰਦੀ ਹੈ। ਹੰਸਾਂ ਦਾ ਜੋ ਆਹਾਰ ਹੁੰਦਾ ਉਹ ਮੋਤੀ ਹੁੰਦਾ। ਜਦੋਂ ਸਮੁੰਦਰ ਤੇ ਜਾਂਦੇ ਨੇ ਨਾ ਹੰਸ, ਤੇ ਉਹ ਮੋਤੀ ਚੁਗਦੇ ਨੇ। ਜੇ ਇਤਿਹਾਸ ਦੇ ਅੰਦਰ ਕਿਤੇ ਵਾਦ ਵਿਵਾਦ ਹੋਵੇ ਵੀ ਨਾ, ਉਹ ਵਾਦ ਵਿਵਾਦ ਨੂੰ ਖਿੱਚ ਕੇ ਨਹੀਂ ਬੈਠ ਜਾਂਦੇ, ਉਹ ਉਹਦੇ ਅੰਦਰੋਂ ਤੱਤ ਲੈ ਲੈਂਦੇ ਨੇ। ਤੱਤ ਲੈਣ ਤੋਂ ਬਾਅਦ ਉਹਦੇ ਉੱਤੇ ਆਪਣਾ ਜੀਵਨ ਘੜਨਾ ਸ਼ੁਰੂ ਕਰਦੇ ਨੇ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਇੱਕ ਹੰਸ ਸੀਗੇ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਮਰਦਾਸ ਜੀ ਕੋਲ ਰਹੇ, ਉੱਥੇ ਬੋਲੀ ਸਾਹਿਬ ਦੀ ਸੇਵਾ ਦੇ ਅੰਦਰ ਮਨ ਜੋੜ ਲਿਆ। ਜਦੋਂ ਬੋਲੀ ਸਾਹਿਬ, ਤੁਸੀਂ ਗੋਇੰਦਵਾਲ ਸਾਹਿਬ ਬਹੁਤ ਸੰਗਤ ਗਈ ਵੀ ਹੋਏਗੀ ਤੁਹਾਡੇ ਚੋਂ, ਜਿਹੜੇ ਨਹੀਂ ਗਏ ਉਹ ਜ਼ਰੂਰ ਜਾ ਕੇ ਆਇਓ। ਖਾਲਸਾ ਜੀ ਸਭ ਤੋਂ ਪਾਵਨ ਪਵਿੱਤਰ ਸਥਾਨ ਅੰਮ੍ਰਿਤਸਰ ਸਾਹਿਬ ਤੇ ਜਿੱਥੇ ਪਹਿਲਾ ਜੋੜ ਮੇਲਾ, ਜਿਹੜੇ ਤੁਸੀਂ ਆ ਜੋੜ ਮੇਲੇ ਮਨਾਉਂਦੇ ਹੋ ਨਾ, ਅੰਮ੍ਰਿਤਸਰ ਦੀ ਦੀਵਾਲੀ, ਵਿਸਾਖੀ ਦਾ ਜੋੜ ਮੇਲਾ, ਅਸੀਂ ਸ਼੍ਰੀ ਦਮਦਮਾ ਸਾਹਿਬ ਮਨਾਉਂਦੇ ਆ, ਦੁਸ਼ਹਿਰੇ ਦਾ ਹਜ਼ੂਰ ਸਾਹਿਬ ਮਨਾਉਂਦੇ ਆ, ਦੀਵਾਲੀ ਅੰਮ੍ਰਿਤਸਰ ਸਾਹਿਬ ਮਨਾਉਂਦੇ ਆ। ਇਸ ਤਰ੍ਹਾਂ ਅਸੀਂ ਸਾਰੇ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਮਨਾਉਂਦੇ ਆ। ਉਹ ਸਾਰੇ ਜੋੜ ਮੇਲਿਆਂ ਦੀ ਜੋ ਪਹਿਲੀ ਰੀਤ ਸ਼ੁਰੂ ਹੋਈ ਹੈ ਨਾ, ਉਹ ਸ਼੍ਰੀ ਗੋਇੰਦਵਾਲ ਸਾਹਿਬ ਤੋਂ ਭਾਈ ਪਾਰੋ ਜੁਲਕਾ ਜੀ ਨੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਸੀ, ਮਹਾਰਾਜ ਸਿੱਖ ਸੰਗਤਾਂ ਆਂਦੀਆਂ ਤਾਂ ਨੇ, ਦਰਸ਼ਨ ਕਰਕੇ ਵਾਪਸ ਚਲੀ ਜਾਂਦੀਆਂ ਨੇ, ਆਪਸ ਦੇ ਅੰਦਰ ਸਾਡੀ ਗੱਲਬਾਤ, ਆਪਸ ਦੇ ਅੰਦਰ ਇਕਜੁੱਟ ਮੇਲ ਨਹੀਂ ਹੋ ਪਾ ਰਿਹਾ। ਤੇ ਮਹਾਰਾਜ ਨੇ ਕਿਹਾ ਤੁਹਾਡਾ ਕੀ ਫੁਰਨਾ ਹੈ? ਕਿਹਾ ਮਹਾਰਾਜ ਵਿਸਾਖੀ ਦਾ ਇਕੱਠ ਸ਼੍ਰੀ ਗੋਇੰਦਵਾਲ ਸਾਹਿਬ ਤੇ ਹੋਣਾ ਚਾਹੀਦਾ। ਉੱਥੇ ਫਿਰ ਸੰਗਤ ਨੂੰ 5 ਦਿਨ ਹੁਕਮਨਾਮੇ ਭੇਜੇ ਗਏ, ਸੰਗਤ 5 ਦਿਨ ਪੜਾਅ ਕੀਤਾ, ਆਪਸ ਦੇ ਅੰਦਰ ਗੁਰਸਿੱਖਾਂ ਦਾ ਪਿਆਰ ਬਣਿਆ। ਜਿਸ ਤਰ੍ਹਾਂ ਅੱਜ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਹੈ, ਤੁਸੀਂ ਸਾਰੀ ਸੰਗਤ ਪ੍ਰੇਮ ਦੇ ਨਾਲ ਕਥਾ ਸੁਣਨ ਆਏ ਹੋ, ਇੱਕ ਦੂਜੇ ਦੇ ਦਰਸ਼ਨ ਹੁੰਦੇ ਨੇ ਸੰਗਤ ਦੇ। ਕੋਈ ਪਾਠ ਦੇ ਅੰਦਰ ਕਿੰਨਾ ਭਜਨ ਬੰਦਗੀ ਵਾਲਾ ਹੈ, ਉਹ ਦਰਸ਼ਨ ਕਰਕੇ ਇੱਕ ਦੂਸਰੇ ਦੇ ਪਾਪ ਵੀ ਕੱਟੇ ਜਾਂਦੇ ਨੇ। ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀਗਤ ਪਾਹੇ। ਸਾਡੇ ਪਾਪੀਆਂ ਨੂੰ ਵੀ ਗਤੀ ਪ੍ਰਾਪਤ ਹੋਵੇ ਜਦੋਂ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਮੱਥੇ ਤੇ ਲੱਗੇ। ਸੋ ਰਹੋ ਵਿਚਾਰ। ਗੁਰੂ ਰਾਮਦਾਸ ਮਹਾਰਾਜ ਜੀ ਬੌਲੀ ਸਾਹਿਬ ਦੇ ਅੰਦਰ ਸੇਵਾ ਸ਼ੁਰੂ ਕਰਦੇ ਨੇ। ਜਦੋਂ ਸੇਵਾ ਕਰਦੇ ਨੇ, ਮਾਤਾ ਪਿਤਾ ਸਹੀ ਨਹੀਂ, ਚਾਚੇ ਤਾਏ ਸ਼ਰੀਕੇ ਤੋਂ, ਚੂਨਾ ਮੰਡੀ ਲਾਹੌਰ ਤੋਂ ਕਹਿੰਦੇ ਸਾਡਾ ਜਵਾਈ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੇ ਜਦੋਂ ਸੇਵਾ ਕਰਦੇ ਰਹੇ ਤੇ ਮਹਾਰਾਜ ਜੀ ਦੇ ਮਹਿਲ, ਗੁਰੂ ਅਮਰਦਾਸ ਜੀ ਦੇ ਵਾਈਫ, ਉਹਨਾਂ ਦੇ ਮਹਿਲ ਰੂਪ ਕੌਰ ਜੀ, ਮਾਤਾ ਰੂਪ ਕੌਰ ਜੀ ਨੇ ਕਿਹਾ ਮਹਾਰਾਜ ਆਪ ਜੀ ਨੇ ਦਾਨੀ ਦਾ ਵਿਆਹ ਤੇ ਕਰਤਾ ਹੈ, ਭਾਨੀ ਦਾ ਵੀ ਵਿਆਹ ਕਰ ਦਿਓ। ਕਿਉਂਕਿ ਵੱਡੀ ਪੁੱਤਰੀ ਸੀਗੀ ਦਾਨੀ ਤੇ ਛੋਟੀ ਪੁੱਤਰੀ ਸੀ ਭਾਨੀ। ਵੱਡੇ ਪੁੱਤਰ ਦਾ ਨਾਮ ਸੀ ਮੋਹਣ, ਛੋਟੇ ਪੁੱਤਰ ਦਾ ਨਾਮ ਸੀ ਬਾਬਾ ਮੋਹਰੀ ਜੀ। ਬਾਬਾ ਮੋਹਰੀ ਜੀ ਤੇ ਮੋਹਣ ਜੀ ਜਿਹੜੇ ਸੀਗੇ ਉਹ ਪੁੱਤਰ ਸੀ ਗੁਰੂ ਅਮਰਦਾਸ ਦੇ। 2 ਬੇਟੀਆਂ ਸੀ। ਵੱਡੇ ਦਾ ਵਿਆਹ ਹੋ ਚੁੱਕਾ ਸੀਗਾ, ਵੱਡੀ ਪੁੱਤਰੀ ਦਾ, ਉਹ ਵੀ ਮਹਾਰਾਜ ਜੀ ਦੇ ਨਾਲ ਹੀ ਰਹਿੰਦਾ ਸੀਗਾ ਗੋਇੰਦਵਾਲ ਸਾਹਿਬ, ਭਾਈ ਰਾਮਾ। ਤੇ ਛੋਟੇ ਦੇ ਲਈ ਲੜਕੀ ਲੱਭ ਰਹੇ ਸੀ, ਲੜਕਾ ਲੱਭ ਰਹੇ ਸੀ ਵਾਹਿਗੁਰੂ। ਜਦੋਂ ਲੜਕਾ ਲੱਭ ਰਹੇ ਸੀ ਤਾਂ ਮਹਾਰਾਜ ਜੀ ਨੇ ਆਪਣੇ ਮਹਿਲਾਂ ਨੂੰ ਪੁੱਛਿਆ ਕਿਸ ਤਰ੍ਹਾਂ ਦਾ ਲੜਕਾ ਚਾਹੀਦਾ ਹੈ। ਮਾਤਾ ਰੂਪ ਕੌਰ ਜੀ ਨੇ ਕਿਹਾ ਜਿਸ ਤਰ੍ਹਾਂ ਦਾ ਉਹ ਸੁੰਦਰ ਲੜਕਾ ਸੋਢੀਆਂ ਦਾ ਸੰਗਤ ਦੇ ਉੱਤੇ ਪੱਖਾ ਝੱਲਣ ਦੀ ਸੇਵਾ ਕਰ ਰਹੇ ਸੀ, ਕਿਹਾ ਉਸ ਤਰ੍ਹਾਂ ਦਾ ਲੜਕਾ ਜਵਾਈ ਹੋਵੇ। ਗੁਰੂ ਰਾਮਦਾਸ ਦੀ ਸੇਵਾ ਕਰ ਰਹੇ ਸੀ ਸੰਗਤ ਦੀ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਉਸ ਤਰ੍ਹਾਂ ਦਾ ਤਾਂ ਕੇਵਲ ਉਹੀ ਹੈ, ਆਖਣਾ ਕਰੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਰਾਮਦਾਸ ਜੀ ਵਰਗਾ ਹੋਰ ਦੂਜਾ ਕੋਈ ਨਹੀਂ। ਤੇ ਉਹਨਾਂ ਦੇ ਨਾਲ ਆਪਣੀ ਬੇਟੀ ਦਾ ਆਨੰਦ ਕਾਰਜ ਕੀਤਾ। ਤੇ ਜਦੋਂ ਸੋਢੀਆਂ ਨੂੰ ਪਤਾ ਲੱਗਿਆ ਲਾਹੌਰ ਦੇ ਅੰਦਰ ਵੀ ਸਾਡੇ ਸ਼ਰੀਕੇ ਦੇ ਅੰਦਰ ਸਾਡੇ ਭਰਾ ਦਾ, ਚਾਚੇ ਤਾਇਆਂ ਨੂੰ ਪਤਾ ਲੱਗਿਆ ਬਈ ਭਾਈ ਜੇਠੇ ਦਾ ਆਨੰਦ ਕਾਰਜ ਹੋ ਗਿਆ, ਆਓ ਦੇਖੀਏ ਜਵਾਈ ਕਿਸ ਤਰ੍ਹਾਂ ਰਹਿ ਰਿਹਾ ਗੋਇੰਦਵਾਲ ਦੇ ਅੰਦਰ। ਚੂਨਾ ਮੰਡੀ ਤੋਂ ਚੱਲ ਕੇ ਆਏ ਤੇ ਗੁਰੂ ਰਾਮਦਾਸ ਜੀ ਬੋਲੀ ਸਾਹਿਬ ਦੀ ਸੇਵਾ ਕਰ ਰਹੇ ਸੀ। ਇਹ ਗੋਇੰਦਵਾਲ ਸਾਹਿਬ ਪਾਵਨ ਪਵਿੱਤਰ ਸਥਾਨ ਹੈ। 84 ਪੌੜੀਆਂ ਬਣੀਆਂ ਤੇ ਥੱਲੇ ਬਾਉਲੀ ਬਣੀ ਹੈ। ਬਾਉਲੀ ਦਾ ਅਰਥ ਹੁੰਦਾ ਵੀ ਜਿੱਥੋਂ ਪਾਣੀ ਆਪਣੇ ਆਪ ਥੱਲੋਂ ਫੁੱਟ ਕੇ ਧਰਤੀ ਚੋਂ ਬਾਹਰ ਆਉਂਦਾ, ਉਹ ਮਿੱਠਾ ਤੇ ਠੰਡਾ ਜਲ ਹੁੰਦਾ। ਤੇ 84 ਪੌੜੀਆਂ ਦੇ ਉੱਤੇ ਜੋ ਜਪਜੀ ਸਾਹਿਬ ਦਾ ਪਾਠ 84 ਵਾਰੀ ਕਰੇ, ਹਰ ਇੱਕ ਪੌੜੀ ਤੇ ਇੱਕ, ਤੇ ਇਸ਼ਨਾਨ ਕਰਕੇ ਭਾਵਨਾ ਦੇ ਨਾਲ ਅਰਦਾਸ ਕਰੇ, ਗੁਰੂ ਅਮਰਦਾਸ ਜੀ ਦਾ ਬਚਨ ਹੈ, ਉਹਦੀ 84 ਕੱਟੀ ਜਾਂਦੀ ਹੈ। ਉਹ ਮਹਾਨ ਤੀਰਥ ਸਥਾਨ ਗੁਰੂ ਅਮਰਦਾਸ ਜੀ ਜਦ ਤੱਕ ਦੇਹੀ ਰੂਪ ਦੇ ਅੰਦਰ ਰਹੇ, ਪਾਤਸ਼ਾਹ ਦੇ ਕੋਲ ਗੁਰਤਾ ਗੱਦੀ ਤੇ ਹੁੰਦੇ ਹੋਏ 22 ਸਾਲ ਜੰਮ ਗੋਇੰਦਵਾਲ ਸਾਹਿਬ ਨਹੀਂ ਆ ਸਕੇ।
ਚੁਬਾਰਾ ਸਾਹਿਬ ਸਥਾਨ ਸੀ ਜਿੱਥੇ ਗੁਰੂ ਅਮਰਦਾਸ ਜੀ ਤਪ ਕਰਦੇ ਸੀ। ਗੁਰੂ ਰਾਮਦਾਸ ਜੀ ਬੌਲੀ ਸਾਹਿਬ ਦੇ ਅੰਦਰੋਂ ਮਿੱਟੀ ਢੋ ਕੇ ਸਿਰ ਤੇ ਟੋਕਰਾ ਰੱਖ ਕੇ ਲੈ ਕੇ ਆਣੀ, ਬੜੀ ਪਵਿੱਤਰਤਾ ਦੇ ਨਾਲ ਸੇਵਾ ਕਰਨੀ। ਤੇ ਜਦੋਂ ਸੇਵਾ ਕਰਦੇ ਸੀਗੇ ਨਾ, ਸਾਰੇ ਕੱਪੜੇ ਤੁਸੀਂ ਜਾਣਦੇ ਹੋ, ਜਦੋਂ ਧਰਤੀ 'ਚੋਂ ਮਿੱਟੀ ਕੱਢੀਏ ਨਾ ਚਿੱਕੜ ਦੇ ਨਾਲ, ਕੱਪੜੇ ਦੇ ਉੱਤੇ ਗਾਰਾ ਲੱਗ ਜਾਂਦਾ ਤੇ ਕੱਪੜੇ ਕਿਸ ਤਰ੍ਹਾਂ ਦੇ ਵੀ ਹੋਣ ਉਹ ਗੰਦੇ ਹੋ ਜਾਂਦੇ ਨੇ, ਮੈਲੇ ਹੋ ਜਾਂਦੇ ਨੇ। ਤੇ ਜਦੋਂ ਸੋਢੀ ਪਹੁੰਚੇ, ਸ਼ਰੀਕੇ ਵੇਲੇ ਪਹੁੰਚੇ ਆ ਕੇ, ਤੇ ਉਹਨਾਂ ਨੇ ਦੇਖਿਆ ਸਾਡਾ ਜਵਾਈ ਨੌਕਰਾਂ ਦੀ ਤਰ੍ਹਾਂ ਸੇਵਾ ਕਰ ਰਿਹਾ, ਤੇ ਉਹ ਸਿੱਧੇ ਆਗ ਬਬੂਲੇ ਹੋਏ ਗੁਰੂ ਅਮਰਦਾਸ ਮਹਾਰਾਜ ਜੀ ਕੋਲ ਦੀਵਾਨ ਹਾਲ 'ਚ ਪਹੁੰਚ ਗਏ। ਬਾਹਰੋਂ ਤਾਂ ਦੇਖ ਗਏ ਸੀ ਸੇਵਾ ਕਰਦੇ, ਕਿਹਾ ਮਹਾਰਾਜ ਸਾਡੇ ਪੁੱਤਰ ਨੂੰ ਬੁਲਾਓ, ਆਪਣੇ ਜਵਾਈ ਨੂੰ ਬੁਲਾਓ ਰਾਮਦਾਸ ਨੂੰ। ਜਦੋਂ ਬੁਲਾਇਆ, ਹੁਕਮ ਸਿੱਖ ਨੂੰ ਭੇਜਿਆ ਵੀ ਜਾ ਕੇ ਰਾਮਦਾਸ ਜੀ ਨੂੰ ਲੈ ਕੇ ਆਓ। ਜਦੋਂ ਲੈ ਕੇ ਆਏ, ਮਹਾਰਾਜ ਜੀ ਸਣੇ ਟੋਕਰੇ ਹੀ ਆ ਗਏ ਦਰਬਾਰ ਦੇ ਅੰਦਰ ਵੀ ਗੁਰੂ ਸਾਹਿਬ ਦਾ ਹੁਕਮ ਹੈ, ਲੇਟ ਨਾ ਹੋਈਏ। ਤੇ ਜਦੋਂ ਦਰਬਾਰ ਦੇ ਅੰਦਰ ਪਹੁੰਚੇ, ਸਾਰੇ ਕੱਪੜੇ ਗਾਰੇ ਨਾਲ ਲਿਬੜੇ, ਸਿਰ ਤੇ ਟੋਕਰਾ। ਸ਼ਰੀਕਾਂ ਨੇ ਕਿਹਾ ਮਹਾਰਾਜ ਆ ਕੀ, ਸਾਡੇ ਪੁੱਤਰ ਦੇ ਨਾਲ ਨੌਕਰਾਂ ਵਾਲਾ ਵਰਤਾਵ ਕਰਦੇ ਹੋ, ਸਿਰ ਤੇ ਟੋਕਰਾ ਚਕਾਇਆ, ਕੱਪੜੇ ਗਾਰੇ ਨਾਲ ਲਿਬੜੇ ਨੇ, ਇਸ ਤਰ੍ਹਾਂ ਜਵਾਈਆਂ ਨੂੰ ਨਹੀਂ ਰੱਖੀਦਾ। ਗੁਰੂ ਅਮਰਦਾਸ ਜੀ ਪਤਾ ਨਹੀਂ ਕਿਹੜੀ ਮੌਜ 'ਚ ਆ ਗਏ। ਮਹਾਰਾਜ ਸੱਚੇ ਪਾਤਸ਼ਾਹ ਬੋਲੇ, ਜੋ ਇਹਦੇ ਸੀਸ ਦੇ ਉੱਤੇ ਤੁਹਾਨੂੰ ਟੋਕਰਾ ਦਿਸਦਾ ਹੈ, ਦੀਨ ਦੁਨੀ ਦਾ ਛਤਰ ਇਹਦੇ ਸੀਸ ਦੇ ਉੱਤੇ ਝੂਲੇਗਾ, ਸੋਨੇ ਦੇ ਛਤਰ ਹੋਇਆ ਕਰਨਗੇ। ਅੱਜ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਦੇ ਅੰਦਰ ਖਾਲਸਾ ਜੀ ਸੋਨੇ ਦੇ ਛਤਰ ਝੂਲਦੇ ਨੇ। ਉਹ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਬਚਨ ਸੀ। ਹਰੀ ਕਾ ਮੰਦਰ ਸੋਨੇ ਦਾ ਮੰਦਰ ਹੈ, ਜਿਹਨੂੰ ਗੋਲਡਨ ਟੈਂਪਲ ਕਹਿੰਦੇ ਆ। ਵੈਸੇ ਪੁਰਾਤਨ ਨਾਮ ਹਰਮੰਦਰ ਹੈ, ਸ਼੍ਰੀ ਦਰਬਾਰ ਸਾਹਿਬ ਹੈ। ਗੋਲਡਨ ਟੈਂਪਲ ਅਸੀਂ ਤਾਂ ਨਾਮ ਦੇ ਦਿੱਤਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ 1877 ਦੇ ਅੰਦਰ ਸੋਨੇ ਦੀ ਸੇਵਾ ਕਰਵਾਈ ਸੀ। ਗਿਆਨੀ ਸੰਤ ਸਿੰਘ ਜੀ ਹੈੱਡ ਗ੍ਰੰਥੀ ਸੀ, ਉਹਨਾਂ ਨੇ ਹੁਕਮ ਲਾਇਆ ਸੀ ਵੀ ਸੋਨਾ ਲਵਾਓ। ਜਦੋਂ ਤੁਸੀਂ ਦਰਬਾਰ ਸਾਹਿਬ ਐਂਟਰ ਕਰੋ ਨਾ, ਸਾਹਮਣੇ ਇੱਕ ਤਖਤੀ ਤੇ ਲਿਖਿਆ ਹੋਇਆ ਹੈ ਵੱਡੇ ਵੱਡੇ ਅਕਸ਼ਰਾਂ 'ਚ ਸੋਨੇ 'ਚ, ਉੱਪਰ ਗੁਰਮੰਤਰ ਲਿਖਿਆ, ਥੱਲੇ ਲਿਖਿਆ ਇਸ ਪਾਵਨ ਪਵਿੱਤਰ ਅਸਥਾਨ ਦੀ ਸੇਵਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਆਪਣੇ ਅਤਿਅੰਤ ਪ੍ਰਿਯ ਸੇਵਕ ਦੇ ਸੀਸ ਤੇ ਹੱਥ ਰੱਖ ਕੇ ਸੋਨੇ ਲਗਵਾਉਣ ਦੀ ਸੇਵਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਲਈ। ਤੇ ਥੱਲੇ ਡੇਟ ਵੀ ਲਿਖੀ ਹੈ 1877 ਸੰਨ ਦੇ ਅੰਦਰ। ਸੋ ਰਹੋ ਵਿਚਾਰ। ਤੇ ਕਿਹਾ ਮਹਾਰਾਜ ਗਾਰੇ 'ਚ ਕੱਪੜੇ ਲਿਬੜੇ ਨੇ। ਮਹਾਰਾਜ ਕਹਿੰਦੇ ਆ ਗਾਰੇ 'ਚ ਕੱਪੜੇ ਨਹੀਂ ਲਿਬੜੇ ਨੇ, ਇਹਦੇ ਸੀਸ ਦੇ ਉੱਤੇ ਕੇਸਰ ਦੇ ਛਿੜਕਾਓ ਹੋਇਆ ਕਰਨਗੇ। 33 ਕਰੋੜ ਦੇਵੀ ਦੇਵਤੇ ਜਦੋਂ ਅੰਮ੍ਰਿਤ ਵੇਲੇ ਮਹਾਰਾਜ ਦੇ ਦਰ ਦੇ ਉੱਤੇ ਜਦੋਂ ਆਸਾਂ ਜੀ ਦੀ ਵਾਰ ਤੋਂ ਪਹਿਲਾਂ ਚੌਂਕੀ ਲੱਗਦੀ ਹੈ ਨਾ, ਉਹ ਚੌਂਕੀ ਦੇ ਅੰਦਰ 33 ਕਰੋੜ ਦੇਵੀ ਦੇਵਤੇ ਖਾਲਸਾ ਜੀ ਮਹਾਰਾਜ ਦੇ ਉੱਤੇ ਫੁੱਲਾਂ ਦੀ ਵਰਖਾ, ਦੇਹੀਆਂ ਧਾਰ ਧਾਰ ਕੇ ਕੇਸਰ ਦੀ ਵਰਖਾ, ਇਤਰਾਂ ਦੀ ਵਰਖਾ ਕਰਨ ਆਉਂਦੇ ਨੇ। ਤੇ ਸੋਢੀਆਂ ਨੇ ਮਹਾਰਾਜ ਜੀ ਦਾ ਗੁਪਤ ਬਚਨ ਸਮਝ ਨਹੀਂ ਪਾਏ, ਪਰ ਸਮੇਂ ਰਹਿੰਦੇ ਨਾਲ ਉਹ ਬਚਨ ਜਦੋਂ ਪ੍ਰਗਟ ਹੋਇਆ, ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ ਤੇ ਬੈਠੇ ਨਾ, ਤੇ ਗੁਰੂ ਰਾਮਦਾਸ ਜੀ ਨੇ ਪਤਾ ਕੀ ਬਚਨ ਕਹੇ। ਮਹਾਰਾਜ ਸੱਚੇ ਪਾਤਸ਼ਾਹ ਵਿਰਾਗ ਵਿੱਚ ਆ ਗਏ, ਕਿਹਾ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ, ਜੈਸੇ ਤੁਮ ਰਾਖ ਲਿਏ ਛਡਾਏ। ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਮੈਂ ਇੱਕ ਯਤੀਮ ਬਾਲਕ ਸੀ, ਮੇਰੇ ਮਾਤਾ ਪਿਤਾ ਦਾ ਸੀਸ ਤੇ ਸਾਇਆ ਨਹੀਂ ਸੀਗਾ, ਤੁਸੀਂ ਪਤਾ ਨਹੀਂ ਕਿਹੜਾ ਕਿਰਪਾ ਵਾਲਾ ਹੱਥ ਮੇਰੇ ਸੀਸ ਤੇ ਰੱਖਿਆ। ਦੀਨ ਦੁਨੀ ਦਾ ਮਾਲਕ ਗੁਰੂ ਨਾਨਕ ਦੀ ਗੱਦੀ ਦਾ ਚੌਥਾ ਵਾਰਿਸ ਮੈਨੂੰ ਬਣਾ ਕੇ ਹਰਮੰਦਰ ਸਾਹਿਬ ਦੇ ਅੰਦਰ ਬਹਾ ਦਿੱਤਾ। ਸੋ ਖਾਲਸਾ ਜੀ 1534 ਦੇ ਅੰਦਰ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ। 1570 ਦੇ ਅੰਦਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਹੁਕਮ ਲਾਉਂਦੇ ਨੇ ਕਿ ਰਾਮਦਾਸ ਸਰੋਵਰ ਤੀਰਥ ਦੇ ਉੱਤੇ ਜਾ ਕੇ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਸ਼ੁਰੂ ਕਰ ਦਿਓ। ਜਦੋਂ ਸਰੋਵਰ ਦੀ ਸੇਵਾ ਸ਼ੁਰੂ ਕਰਾਈ, ਕਿਉਂਕਿ ਆਪ ਜੀ ਦੀ ਗਿਆਤ ਲਈ ਦੱਸ ਦਵਾਂ, ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਕਰਮਾ ਤਿਆਰ ਕਰਵਾਈ ਸੀ ਤੇ ਸਰੋਵਰ ਤਿਆਰ ਕਰਵਾਇਆ ਸੀ। ਤਾਂ ਹੀ ਪਾਤਸ਼ਾਹ ਨੇ ਲਿਖਿਆ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਇਹਦਾ ਪਹਿਲਾ ਨਾਮ ਸੀਗਾ ਅੰਮ੍ਰਿਤਸਰ ਸਾਹਿਬ। ਅੰਮ੍ਰਿਤਸਰ ਸਾਹਿਬ ਸਿਫਤੀ ਦਾ ਘਰ ਬਣਿਆ, ਚੱਕ ਨਾਮ ਪ੍ਰਸਿੱਧ ਹੋਇਆ। ਉਪਰੰਤ ਸ਼੍ਰੀ ਹਰਮੰਦਰ ਸਾਹਿਬ, ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਪ੍ਰਚਲਿਤ ਹੋਇਆ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੋਨੇ ਦਾ ਮੰਦਿਰ ਹਰਮੰਦਰ ਸਾਹਿਬ ਬਣਵਾ ਕੇ ਸ਼੍ਰੀ ਦਰਬਾਰ ਸਾਹਿਬ ਦੀ ਰਚਨਾ ਕਰਵਾ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ ਸੀ।
ਪਰ ਸਰੋਵਰ ਤੇ ਪਰਿਕਰਮਾ ਗੁਰੂ ਰਾਮਦਾਸ ਮਹਾਰਾਜ ਜੀ ਨੇ 1570 ਈਸਵੀ ਦੇ ਅੰਦਰ ਸ਼ੁਰੂ ਕਰਾਈ ਸੀ। 1634 ਬਿਕਰਮੀ ਬੈਠਦੀ ਹੈ। ਸੋ ਰਹੋ ਵਿਚਾਰ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸੇਵਾ ਵਿੱਚ ਰਹੇ, ਬਹੁਤ ਜ਼ਿਆਦਾ ਸੇਵਾ ਦੇ ਅੰਦਰ ਮਨ ਦ੍ਰਿੜ ਹੋ ਗਿਆ। ਜਦੋਂ ਮਨ ਦ੍ਰਿੜ ਹੋਇਆ, ਇੱਕ ਦਿਨ ਅਕਬਰ ਦੀ ਚਿੱਠੀ ਆਈ ਲਾਹੌਰ ਦੇ ਅੰਦਰੋਂ, ਕਿਹਾ ਪੰਡਤਾਂ ਨੇ ਇੱਕ ਵਾਦ ਵਿਵਾਦ ਰਚਿਆ। ਪੰਡਤਾਂ ਨੇ ਕਿਹਾ ਜਦੋਂ ਗਾਇਤਰੀ ਮੰਤਰ ਦਾ ਜਾਪ ਸੀਗਾ ਤਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਿਉਂ ਕੀਤੀ? 18 ਪੁਰਾਣ, 4 ਵੇਦ, 27 ਸਿਮਰਤੀਆਂ ਸੀਗੀਆਂ, ਤੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰਨ ਦੀ, ਗੁਰਬਾਣੀ ਦੀ ਰਚਨਾ ਕਰਨ ਦੀ ਕੀ ਲੋੜ ਸੀਗੀ? ਪੰਡਤਾਂ ਨੇ ਅਕਬਰ ਤੋਂ ਚਿੱਠੀ ਲਗਵਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਭਿਜਵਾਈ। ਜਦੋਂ ਚਿੱਠੀ ਪਹੁੰਚੀ ਤੇ ਕਿਹਾ ਕੋਈ ਤੁਸੀਂ ਗੁਰੂ ਜੀ ਆ ਕੇ ਜਵਾਬ ਦਿਓ। ਮਹਾਰਾਜ ਕਹਿੰਦੇ ਆ ਤੇ ਸਰਲ ਜਿਹਾ ਜਵਾਬ ਹੈ, ਸਾਡਾ ਸੇਵਾਦਾਰ ਰਾਮਦਾਸ ਦੇ ਆਏਗਾ। ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬੁਲਾਇਆ ਗਿਆ, ਕਿਹਾ ਮਹਾਰਾਜ ਜਿਹੜੇ ਉੱਠੇ ਦੇ ਵਿਦਵਾਨ ਪੰਡਤ ਨੇ ਉਹ ਤੇ ਬਨਾਰਸ ਕਾਸ਼ੀ ਤੋਂ ਪੜ੍ਹ ਕੇ ਆਏ ਨੇ, ਪੁਸ਼ਕਰ ਤੋਂ, ਉਹ ਬੜੇ ਬੜੇ ਵਿਦਵਾਨ ਨੇ, ਅਸੀਂ ਕਿਸ ਤਰ੍ਹਾਂ ਜਵਾਬ ਦੇਵਾਂਗੇ ਉਹਨਾਂ ਦੀ ਗੱਲ ਦਾ? ਮਹਾਰਾਜ ਨੇ ਬਚਨ ਕੀਤਾ ਤੁਹਾਡੇ ਦਾਹਿਨੇ ਪਾਸੇ ਸਰਸਵਤੀ ਵਿਦਿਆ ਦੇਵੀ ਆਪ ਖੜੇ ਹੋਣਗੇ ਤੁਹਾਡੇ ਪ੍ਰਸ਼ਨਾਂ ਦੇ ਉੱਤਰ ਦੇਣ ਲਈ। 33 ਕਰੋੜ ਦੇਵੀ ਦੇਵਤੇ ਤੁਹਾਡੇ ਸੱਜੇ ਪਾਸੇ ਖੜੇ ਹੋਣਗੇ ਤੁਹਾਡੀ ਸਹਾਇਤਾ ਲਈ, ਤੁਸੀਂ ਜਾਓ। 7 ਬਚਨ ਕਿਹਾ ਤੇ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਤਕਰੀਬਨ 70 ਕਿਲੋਮੀਟਰ ਸੀ। ਜਦੋਂ ਆਪਾਂ ਤਰਨਤਾਰਨ ਸਾਹਿਬ ਤੋਂ ਰਸਤਾ ਜਾਂਦਾ ਸੀ, ਪੁਰਾਤਨ ਜਿਹੜਾ ਗ੍ਰੈਂਡ ਟਰੰਕ ਰੋਡ ਹੈ ਨਾ, ਜੀਟੀ ਰੋਡ, ਉਹ ਪਹਿਲੇ ਤਰਨਤਾਰਨ ਸਾਹਿਬ ਤੋਂ ਲਾਹੌਰ ਵੱਲ ਨੂੰ ਜਾਂਦਾ ਸੀ। ਤੇ ਜਦੋਂ ਮਹਾਰਾਜ ਉੱਥੇ ਪਹੁੰਚੇ ਤੇ ਸੱਚੇ ਪਾਤਸ਼ਾਹ ਨੇ ਗੁਰਮੰਤਰ ਦਾ ਜਾਪ ਕੀਤਾ। ਗੁਰਮੰਤਰ ਦਾ ਜਾਪ ਕਰਕੇ ਵਾਹਿਗੁਰੂ ਸ਼ਬਦ ਬੋਲ ਕੇ ਮੂਲ ਮੰਤਰ ਦਾ ਜਾਪ ਕੀਤਾ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਮਹਾਰਾਜ ਜੀ ਨੇ ਜਾਪ ਕਰਕੇ ਪੰਡਤਾਂ ਨੂੰ ਕਿਹਾ ਤੁਸੀਂ ਆਪਣੇ ਪ੍ਰਸ਼ਨ ਪੁੱਛੋ। ਪੰਡਤਾਂ ਨੇ ਪਹਿਲਾਂ ਹੀ ਪ੍ਰਸ਼ਨ, ਬਹੁਤ ਵਿਦਵਾਨ ਪੰਡਤ ਸੀ, ਉਹਨਾਂ ਨੇ ਕਿਹਾ ਤੁਹਾਨੂੰ ਗੁਰੂ ਅਮਰਦਾਸ ਜੀ ਨੇ ਭੇਜਿਆ, ਅਸੀਂ ਤੁਹਾਨੂੰ ਸ਼ਤ-ਸ਼ਤ ਨਮਨ ਕਰਦੇ ਹਾਂ। ਖਾਲਸਾ ਜੀ, ਇੱਕ ਵਿਦਵਾਨ ਦੀ ਇਹੀ ਪਹਿਚਾਣ ਹੁੰਦੀ ਹੈ ਜਦੋਂ ਹਿਰਦੇ ਦੇ ਅੰਦਰ ਨਿਮਰਤਾ ਵਿੱਚ ਹੋਵੇ। ਜਦੋਂ ਇੱਕ ਵਿਦਵਾਨ ਦੇ ਅੰਦਰੋਂ ਹਉਮੈ ਆਏ, ਮੈਂ ਦੀ ਬੋ ਆਏ, ਤੇ ਮਹਾਰਾਜ ਕਹਿੰਦੇ ਇੱਕ ਪੜ੍ਹੇ ਲਿਖੇ ਵਿਅਕਤੀ ਦੀ ਇਹ ਪਹਿਚਾਣ ਹੈ, ਪੜਿਆ ਤੇ ਉਮਿਆ, ਬਈ ਉਹ ਓਮੀ ਸਾਧ ਨਾ ਮਾਰੀ ਹੈ। ਉਹ ਕਦੇ ਵੀ ਕਿਸੇ ਮਾੜੇ ਬੰਦੇ ਨੂੰ ਦੇਖ ਕੇ ਆਪਣਾ ਮਨ ਨਹੀਂ ਮਾਰ ਲੈਂਦਾ, ਕਿਸੇ ਨੂੰ ਇਹ ਨਹੀਂ ਦੇਖਦਾ ਵੀ ਮੈਂ ਵਿਦਵਾਨ ਹੈ ਤੇ ਏਦਾਂ ਹੀ ਹੈ, ਸਾਰਿਆਂ ਦਾ ਸਤਿਕਾਰ ਕਰਦਾ ਵਿਦਵਾਨ ਆਦਮੀ। ਉਹ ਪੰਡਤਾਂ ਨੇ ਵੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬਿਠਾਇਆ ਤੇ ਕਿਹਾ ਮਹਾਰਾਜ ਗਾਇਤਰੀ ਦੇ ਮਾਇਨੇ ਦੱਸੋ। ਸਭ ਤੋਂ ਪਹਿਲਾ ਪ੍ਰਸ਼ਨ ਮਹਾਰਾਜ ਨੇ ਓੰਕਾਰ ਦੀ ਧੁਨੀ ਦੇ ਨਾਲ ਗਾਇਤਰੀ ਮੰਤਰ ਦੇ ਅਰਥ ਕਰ ਦਿੱਤੇ। ਉਹ ਪੰਡਤ ਹੈਰਾਨ ਹੋ ਗਏ, ਬਈ ਇਹਨਾਂ ਨੇ ਆਪਣੇ ਗ੍ਰੰਥਾਂ ਦੇ ਅੰਦਰ ਗਾਇਤਰੀ ਮੰਤਰ ਤਾਂ ਨਹੀਂ ਲਿਖਿਆ, ਪਰ ਅਰਥ ਬਿਲਕੁਲ ਲਾਜ਼ਮੀ ਕੀਤੇ ਨੇ, ਜਾਇਜ਼ ਕੀਤੇ ਨੇ, ਕੋਈ ਵੀ ਸਿਹਾਰੀ ਬਿਹਾਰੀ ਇੱਧਰ ਉੱਧਰ ਨਹੀਂ ਅਰਥ ਕਰਦੇ ਹੋਏ। ਫਿਰ ਮਹਾਰਾਜ ਜੀ ਨੂੰ ਦੂਸਰਾ ਪ੍ਰਸ਼ਨ ਕੀਤਾ, ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰਚਨਾ ਕਿਉਂ? ਮਹਾਰਾਜ ਕਹਿੰਦੇ ਬਾਣੀ ਦੀ ਰਚਨਾ ਇਸ ਕਰਕੇ ਕੀਤੀ ਹੈ ਪੰਡਤ ਜੀ, ਅਸੀਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦੇ ਹਾਂ। ਕੀ ਪੰਡਤ ਜੀ ਜਿੱਥੇ ਤੁਸੀਂ ਬੈਠੇ ਹੋ ਉੱਥੇ ਕੀ ਹੈ? ਪੰਡਤਾਂ ਨੇ ਕਿਹਾ ਮਹਾਰਾਜ ਧਰਤੀ ਹੈ। ਤੇ ਕਿਹਾ ਧਰਤੀ ਦੇ ਥੱਲੇ ਕੀ ਹੈ? ਕਿਹਾ ਧਰਤੀ ਦੇ ਥੱਲੇ ਪਾਣੀ ਹੈ। ਤੇ ਮਹਾਰਾਜ ਉਹਨਾਂ ਨੂੰ ਪੁੱਛਦੇ ਨੇ ਫਿਰ ਮੀਂਹ ਦੀ ਕੀ ਲੋੜ ਹੈ, ਜੋ ਪਾਣੀ ਤਾਂ ਧਰਤੀ ਦੇ ਥੱਲੇ ਹੈ ਹੀ ਹੈ। ਤੇ ਜੇ ਧਰਤੀ ਦੇ ਥੱਲੇ ਪਾਣੀ ਹੈ ਤੇ ਅਸੀਂ ਉਸ ਨੂੰ ਪੀ ਕੇ ਦਿਖਾਓ। ਕਿਹਾ ਮਹਾਰਾਜ ਕੋਈ ਹੈਂਡ ਪੰਪ ਲਾਣਾ ਪਵੇਗਾ, ਟਿਊਬਵੈਲ ਖੋਦਣਾ ਪਵੇਗਾ, ਖੂਹ ਖੋਦਣਾ ਪਵੇਗਾ, ਤਾਂ ਧਰਤੀ 'ਚੋਂ ਪਾਣੀ ਬਾਹਰ ਆਵੇਗਾ। ਮਹਾਰਾਜ ਜੀ ਕਹਿੰਦੇ ਜਿਹੜੀ 27 ਸਿਮਰਤੀਆਂ, 4 ਵੇਦ, 18 ਪੁਰਾਣ ਨੇ, ਉਹ ਸੰਸਕ੍ਰਿਤ ਦੇ ਬਹੁਤ ਕੰਠ, ਬਹੁਤ ਮਹਾਨ ਇਤਿਹਾਸ ਹੈ। ਬੜਾ ਔਖਾ ਪੜ੍ਹੇ ਜਾਣ ਵਾਲਾ ਸਰਲ ਇਤਿਹਾਸ ਨਹੀਂ ਹੈ ਉਸ ਨੂੰ ਬੜਾ ਚਿਰ ਮਿਹਨਤ ਕਰਨੀ ਪੈਂਦੀ ਹੈ ਤਾਂ ਕਿਤੇ ਸੰਸਕ੍ਰਿਤ ਭਾਸ਼ਾ ਆਉਂਦੀ ਹੈ। ਫਿਰ ਉਹਨਾਂ ਨੂੰ ਵੇਦਾਂ ਨੂੰ ਸ਼ੁੱਧ ਪੜ੍ਹਨਾ ਆਉਂਦਾ ਹੈ, ਤਕਰੀਬਨ 25 ਤੋਂ 27 ਸਾਲ ਲੱਗ ਜਾਂਦੇ ਨੇ ਤਾਂ ਕਿਤੇ ਸੰਸਕ੍ਰਿਤ ਦੀ ਵਿੱਦਿਆ ਆਉਂਦੀ ਹੈ। ਉਹ ਧਰਤੀ ਦਾ ਪਾਣੀ ਹੈ, ਉਹ ਵੀ ਨਿਰਮਲ ਹੈ, ਬੜਾ ਸਾਫ਼ ਹੈ। ਪਰ ਕਲਯੁਗ ਦੇ ਅੰਦਰ ਸਮਾਂ ਨਹੀਂ ਬੰਦਿਆਂ ਦੇ ਕੋਲ, ਕਲਯੁਗ ਦੇ ਅੰਦਰ ਸਮਾਂ ਬੜਾ ਘੱਟ ਹੈ। ਤੇ ਮਹਾਰਾਜ ਨੇ ਕਿਹਾ ਕਲ ਕੇਵਲ ਨਾਮ ਆਧਾਰ, ਕਲਯੁਗ ਦੇ ਅੰਦਰ
ਵਾਹਿਗੁਰੂ 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 ਸ਼ਬਦ ਅਸੀਂ ਗੁਰਸਿੱਖਾਂ ਨੂੰ ਜਪਣ ਨੂੰ ਦਿੱਤਾ ਹੈ। ਬਈ ਕਲਯੁਗ ਦੇ ਅੰਦਰ ਥੋੜਾ ਜਿਹਾ ਪਾਠ ਕਰਕੇ, ਥੋੜੀ ਜੀ ਭਜਨ ਬੰਦਗੀ ਕਰਕੇ, ਗੁਰਬਾਣੀ ਪੜ੍ਹ ਕੇ ਉਹ ਭਵ ਸਾਗਰ ਤੋਂ ਪਾਰ ਉਤਰ ਜਾਣਗੇ। ਉਹਨਾਂ ਕੋਲ 27 ਸਾਲ ਦਾ ਸਮਾਂ, 30 ਸਾਲ ਦਾ ਸਮਾਂ ਨਹੀਂ ਜਾ ਕੇ ਬਨਾਰਸ ਕਾਂਸ਼ੀ ਦੇ ਅੰਦਰ ਸੰਸਕ੍ਰਿਤ ਪੜਨ, ਪਿੱਛੋਂ ਪਰਿਵਾਰ ਨੂੰ ਛੱਡ ਜਾਣ। ਅਸੀਂ ਸਾਰੇ ਗ੍ਰਸਤੀ ਆ, ਅਸੀਂ ਗੁਰਦੁਆਰਾ ਸਾਹਿਬ ਘੰਟਾ 2 ਘੰਟੇ ਬੈਠਦੇ ਆ, ਉਹਦਾ ਘਰ ਦਾ ਕੰਮ ਕਰਦੇ ਆ, ਫਿਰ 8 ਘੰਟੇ ਦੀ ਡਿਊਟੀ ਕਰਨ ਚਲੇ ਜਾਂਦੇ ਆ, ਆਨੇ ਆ ਵਾਪਸ ਥਕੇ ਹਾਰੇ, ਸਵੇਰੇ ਪਾਠ ਕਰਦੇ ਆ, ਫਿਰ ਕੰਮ ਤੇ ਚਲੇ ਜਾਂਦੇ ਆ। ਜੇ ਸਾਨੂੰ ਕੋਈ ਕਹੇ ਸੰਸਕ੍ਰਿਤ ਦੇ ਅੰਦਰ 4 ਵੇਦ ਸਿੱਖ ਲੈ, ਅਸੀਂ ਹੱਥ ਖੜੇ ਕਰ ਦੇਵਾਂਗੇ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਗੱਲ ਹੋਰ ਕਹਿੰਦੀ ਹੈ, ਕਹਿੰਦੀ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਉਹ ਵੇਦ ਦੇ ਕਤੇਬ ਝੂਠੇ ਨਹੀਂ ਨੇ, ਝੂਠਾ ਉਹ ਵਿਅਕਤੀ ਹੈ ਜੋ ਉਹਨਾਂ ਦੀ ਵਿਚਾਰ ਨਹੀਂ ਕਰਦਾ। ਵੇਦ ਗ੍ਰੰਥ ਜਿੰਨੇ ਵੀ ਲਿਖੇ ਗਏ ਨੇ ਉਹ ਬੜੇ ਮਹਾਨ ਨੇ, ਉਹ ਸੱਚੇ ਨੇ, ਬੜੇ ਪਵਿੱਤਰ ਨੇ। ਉਹਨਾਂ ਧਾਰਮਿਕ ਗ੍ਰੰਥਾਂ ਦੀ ਕੋਈ ਨਿੰਦਾ ਨਹੀਂ ਕਰ ਸਕਦਾ। ਪਰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਉਹਨਾਂ ਨੂੰ ਪੜ੍ਹਨ ਦੇ ਲਈ ਜੋ ਸਮਾਂ ਚਾਹੀਦਾ ਸੀ ਉਹ ਗ੍ਰਸਤੀਆਂ ਦੇ ਕੋਲ ਨਹੀਂ ਸੀਗਾ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ ਤੇ ਕਿਹਾ ਜਿਹੜਾ ਉੱਪਰੋਂ ਜਲ ਮੀਂਹ ਦਾ ਵਰਸਦਾ ਹੈ ਉਹ ਗੁਰਬਾਣੀ ਦੀ ਅੰਮ੍ਰਿਤ ਕੀਰਤਨ ਹੈ। ਜਦੋਂ ਤਿੰਮਾ ਮੀਂਹ ਪੈਂਦਾ ਹੈ, ਜਿਸ ਨੂੰ ਅਸੀਂ ਡ੍ਰਿਜ਼ਲਿੰਗ ਕਹਿੰਦੇ ਆ, ਜਦੋਂ ਉਹ ਬਾਰਿਸ਼ ਹੁੰਦੀ ਹੈ, ਉਹ ਬਾਰਿਸ਼ ਇੱਕ ਕਥਾ ਹੈ। ਜੋ ਗੁਰਸਿੱਖ ਕੋਈ ਅਨਪੜ੍ਹ ਵੀ ਹੋਵੇ ਨਾ ਵਿਅਕਤੀ, ਉਹ ਕਥਾ ਦੇ ਅੰਦਰ ਬਹਿ ਜਾਵੇ, ਉਹਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੀ ਸੋਝੀ ਨਹੀਂ, ਪਰ ਕਥਾ ਸਮਝ ਆ ਜਾਂਦੀ ਹੈ। ਕੋਈ ਬ੍ਰਹਮ ਗਿਆਨੀ ਵੀ ਹੋਵੇ, ਉਸ ਨੂੰ ਵੀ ਬ੍ਰਹਮ ਦੀ ਕਥਾ ਸਮਝ ਆ ਜਾਂਦੀ ਹੈ। ਕਥਾ ਦੀ ਇਹ ਵਿਸ਼ੇਸ਼ਤਾ ਹੈ। ਤੇ ਕੀਰਤਨ ਇੱਕ ਤੇਜ ਮੀਂਹ ਹੈ, ਜਿਸ ਨੂੰ ਗੁਰਬਾਣੀ ਦੀ ਸੋਝੀ ਹੈ, ਉਹ ਕੀਰਤਨ ਸੁਣ ਲਵੇ, ਉਹਦਾ ਮਨ ਇੱਕ ਚਿਤ ਇਕਾਗਰ ਹੋ ਕੇ ਗੁਰਸ਼ਬਦ ਜੁੜ ਜਾਂਦਾ, ਉਹ ਵੀ ਮਹਾਨ ਹੈ। ਤੇ ਤੀਸਰਾ, ਗੁਰੂ ਘਰ ਦੇ ਅੰਦਰ ਪਰਮਾਤਮਾ ਦੇ ਨਾਲ ਜੁੜਨ ਦੀ ਰੀਤੀ ਹੈ ਪਾਠ ਦੀ ਰੀਤੀ। ਜਦੋਂ ਤੁਸੀਂ ਇਕੱਲੇ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਦੇ ਹੋ, ਜਿਸ ਤਰ੍ਹਾਂ ਮਹਾਰਾਜ ਨੇ ਭਾਈ ਗੁੱਜਰ ਨੂੰ, ਅੱਗੇ ਪ੍ਰਸੰਗ ਆਣਾ ਹੈ ਗੁਰੂ ਅੰਗਦ ਦੇਵ ਜੀ ਦਾ, ਉਹ ਕਹਿੰਦਾ ਮਹਾਰਾਜ ਮੈਂ ਗ੍ਰਸਤੀ ਆ, ਮੇਰਾ ਉਧਾਰ ਕਿਸ ਤਰ੍ਹਾਂ ਹੋਏਗਾ। ਭਾਈ ਗੁੱਜਰ ਨੂੰ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਕੀ ਕਿਰਤ ਕਰਦਾ ਹੈ? ਕਿ ਆ ਮਹਾਰਾਜ ਮੈਂ ਲੋਹਾਰ ਆ, ਕਿਸੇ ਦੇ ਲੋਹੇ ਦੇ ਹਥੌੜੇ ਬਣਾਉਣਾ ਕਿਰਸਾਨਾਂ ਦੇ ਲਈ, ਵੱਡੇ ਵੱਡੇ ਜਿਹੜੇ ਉਦਯੋਗਪਤੀ ਨੇ ਉਹਨਾਂ ਦੇ ਲਈ ਬਕਸੇ ਬਣਾਉਣਾ, ਲੋਹਾਰ ਆ ਮੈਂ ਲੋਹੇ ਦਾ ਕੰਮ ਕਰਦਾ। ਪਰ ਤੁਹਾਡੀ ਭਗਤੀ ਵੀ ਕਰਨਾ ਚਾਹਨਾ, ਆਪਣੀ ਕਿਰਤ ਵੀ ਨਹੀਂ ਛੱਡ ਸਕਦਾ, ਪਰਿਵਾਰ ਵੀ ਨਹੀਂ ਛੱਡ ਸਕਦਾ। ਮਹਾਰਾਜ ਕਹਿੰਦੇ ਇੱਕ ਚਿਤ ਜਪਜੀ ਪੜੋ ਚਿਤ ਲਾਏ, ਮੁਕਤ ਹੋ ਇਸ ਭਵਜਲ ਤੇ ਪਾਏ। ਕਹਿੰਦੇ ਆ ਸੰਸਾਰ ਸਾਗਰ ਭਵਜਲ ਤੋਂ ਜੋ ਵੀ ਪਿਆਰ ਹੋਣਾ ਚਾਹੁੰਦਾ ਹੈ ਨਾ, ਆਪਣੀ ਕਿਰਤ ਦੇ ਉੱਤੇ ਜਪਜੀ ਸਾਹਿਬ ਦਾ ਪਾਠ, ਇੱਕ ਤਾਂ ਅਸੀਂ ਸਵੇਰੇ ਕਰਕੇ ਜਾਂਦੇ ਆ, ਇੱਕ ਕਿਰਤ ਦੇ ਉੱਤੇ ਸਾਰਿਆਂ ਦੇ ਕੋਲ ਟਾਈਮ ਹੁੰਦਾ। ਮੈਂ ਵੀ ਜੌਬ ਕਰਦਾ, ਸਾਰਿਆਂ ਦੇ ਕੋਲ ਟਾਈਮ ਹੁੰਦਾ। ਉਸ ਟਾਈਮ ਦੇ ਅੰਦਰ ਆਪਣਾ ਮਨ ਚ ਇਕਾਗਰ ਕਰਕੇ ਪਾਠ ਕਰਿਆ ਕਰੀਏ ਜਪਜੀ ਸਾਹਿਬ ਦਾ। ਕੋਈ ਕਹਿੰਦਾ ਵੀ ਨਹੀਂ ਜੀ ਸਾਨੂੰ ਕੋਈ ਵੀ ਬੁਲਾ ਲੈਂਦਾ। ਖਾਲਸਾ ਜੀ ਜਦੋਂ ਪ੍ਰੇਮ ਦੇ ਨਾਲ ਤੁਹਾਡੀ ਬਿਰਤੀ ਪ੍ਰਮਾਤਮਾ ਨਾਲ ਜੁੜ ਗਈ ਨਾ, ਉਹ ਬੁਲਾਉਣ ਵਾਲਿਆਂ ਨੂੰ ਵੀ ਚੁੱਪ ਕਰਾ ਲੈਂਦਾ ਜਦੋਂ ਪ੍ਰਮਾਤਮਾ ਆਪਣੀ ਮੌਜ ਚ ਆ ਜਾਂਦਾ। ਤੇ ਮਹਾਰਾਜ ਨੇ, ਗੁਰੂ ਅੰਗਦ ਦੇਵ ਜੀ ਨੇ ਭਾਈ ਗੁੱਜਰ ਜੀ ਨੂੰ ਉਪਦੇਸ਼ ਦਿੱਤਾ ਸੀ, ਤੁਸੀਂ ਹਥੌੜੇ ਦਾ ਕੰਮ ਕਰਦੇ ਹੋ, ਭਾਰਾ ਕੰਮ ਕਰਦੇ ਹੋ, ਨਾਲ ਨਾਲ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ, ਮੁਕਤੀ ਹੋਵੇਗੀ। ਜਪਜੀ ਸਾਹਿਬ ਦੇ ਪਾਠ ਦੇ ਅੰਦਰ ਬੜੀ ਕਰਾਮਾਤ ਹੈ। ਗੁਰੂ ਰਾਮਦਾਸ ਜੀ ਨੇ ਪਾਂਡਿਆਂ ਨੂੰ ਨਿਹਾਲ ਕੀਤਾ। ਪਾਂਡਿਆਂ ਨੂੰ ਨਿਹਾਲ ਕਰਨ ਤੋਂ ਬਾਅਦ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਵਾਪਸ ਸ਼੍ਰੀ ਗੋਇੰਦਵਾਲ ਸਾਹਿਬ ਜਾਣਾ ਸੀ ਤੇ ਕਿਹਾ ਸੀ ਪਹਿਲੀ ਵਾਰੀ ਬਾਹਰ ਆਏ ਆ, ਜਿਸ ਤਰ੍ਹਾਂ ਅਸੀਂ ਸਾਰੇ ਕੈਨੇਡਾ ਆਏ ਹੋਏ ਆ। ਜੇ ਸਾਨੂੰ ਵਾਪਸ ਇੰਡੀਆ, ਪੰਜਾਬ, ਪਾਕਿਸਤਾਨ ਪਰਤਣਾ ਪਏ ਨਾ, ਤੇ ਅਸੀਂ ਆਪਣੇ ਪਰਿਵਾਰ ਦੇ ਲਈ ਕੋਈ ਚੀਜ਼ ਲੈ ਕੇ ਜਾਂਦੇ ਆ, ਕੋਈ ਜੈਕਟ ਲੈ ਕੇ ਜਾਂਦਾ, ਕੋਈ ਆਪਣੇ ਮੋਬਾਈਲ ਲੈ ਕੇ ਜਾਂਦਾ। ਤੇ ਗੁਰੂ ਰਾਮਦਾਸ ਮਹਾਰਾਜ ਜੀ ਵੀ ਕਹਿੰਦੇ ਵੀ ਮੈਂ ਗੋਇੰਦਵਾਲ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਲਈ, ਗੁਰੂ ਅਮਰਦਾਸ ਪਾਤਸ਼ਾਹ ਲਈ ਕੀ ਲੈ ਕੇ ਜਾਵਾਂ। ਤੇ ਰਸਤੇ ਦੇ ਅੰਦਰ ਜੇਬ 'ਚ ਹੱਥ ਮਾਰਿਆ, 1 ਰੁਪਿਆ ਵੀ ਜੇਬ 'ਚ ਨਹੀਂ, ਇੱਕ ਧੇਲਾ ਵੀ ਨਹੀਂ, ਏਦਾਂ ਹੀ ਆ ਗਏ ਸੀ ਸ਼ਰਧਾ ਦੇ ਨਾਲ, ਬਚਨ ਸਤ ਬਚਨ ਕਰਕੇ। ਤੇ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਮਿਲਣ ਦੇ ਲਈ ਭੇਟਾ ਲੈ ਕੇ ਜਾਣੀ ਸੀ, ਤੇ ਰਸਤੇ ਦੇ ਅੰਦਰ ਉਹ ਬਾਜ਼ਾਰ 'ਚੋਂ ਨਿਕਲਣ ਲੱਗੇ। ਬਾਜ਼ਾਰ 'ਚ ਇੱਕ ਬੜਾ ਰੇਸ਼ਮੀ ਚਿੱਟੇ ਰੰਗ ਦਾ ਨਾ ਚੋਲਾ ਟੰਗਿਆ ਸੀ। ਚੋਲਾ ਵਸਤਰ ਉਸ ਨੂੰ ਕਹਿੰਦੇ ਨੇ ਜਿਹੜਾ ਥੱਲੋਂ ਖੁੱਲਾ ਹੁੰਦਾ ਤੇ ਤਣੀਆਂ ਦੇ ਨਾਲ ਬੰਨਿਆ ਜਾਂਦਾ। ਤੇ ਜਦੋਂ ਬਾਜ਼ਾਰ ਦੇ ਅੰਦਰੋਂ ਨਿਕਲੇ, ਲਾਹੌਰ ਦੀ ਗਲੀਆਂ ਦੇ ਅੰਦਰੋਂ, ਉਹ ਚੋਲੇ ਵਾਲੇ ਨੂੰ ਕਹਿੰਦੇ ਮੈਂ ਚੋਲਾ ਦੇਖ ਸਕਦਾ? ਉਹ ਕਹਿੰਦੇ ਜੀ ਤੁਸੀਂ ਦੇਖ ਸਕਦੇ ਹੋ। ਉਹਨਾਂ ਨੇ ਨਾ ਆਪਣੇ ਨੇਤਰ ਬੰਦ ਕਰ ਲਏ। ਖਾਲਸਾ ਜੀ ਹੁਣ ਭਾਵਨਾ ਦੀ ਗੱਲ ਦੇਖੋ। ਅੱਜ ਕਹਿੰਦੇ ਨੇ ਨਾ ਵੀ ਸਾਨੂੰ
ਪ੍ਰੂਵ ਕਰੋ ਵੀ ਕਰਾਮਾਤ ਹੈ ਕਿ ਨਹੀਂ, ਗੁਰੂ ਘਰ ਦੇ ਅੰਦਰ ਕਰਾਮਾਤ ਹੈ ਕਿ ਨਹੀਂ, ਦਿਖਾਓ ਸਾਨੂੰ ਪ੍ਰਤੱਖ, ਤਾਂ ਅਸੀਂ ਮੰਨਾਂਗੇ। ਖਾਲਸਾ ਜੀ ਇੱਥੇ ਹੁਣ ਦੇਖੋ ਸ਼ਰਧਾ ਵਾਲੇ ਕੀ ਕਰਦੇ ਨੇ। ਗੁਰੂ ਰਾਮਦਾਸ ਮਹਾਰਾਜ ਜੀ ਨੇ ਉਹ ਚੋਲਾ ਲਾ ਲਿਆ ਤੇ ਅੱਖਾਂ ਬੰਦ ਕਰ ਲਈਆਂ ਤੇ ਆਪਣੇ ਆਪ ਨੂੰ ਗੁਰੂ ਅਮਰਦਾਸ ਜੀ ਸਮਝ ਕੇ ਵੀ ਮੈਂ ਗੁਰੂ ਅਮਰਦਾਸ ਜੀ ਨੂੰ ਵਸਤਰ ਪਵਾ ਰਿਹਾ, ਤੇ ਮਹਾਰਾਜ ਜੀ ਨੂੰ ਨੇਤਰ ਬੰਦ ਕਰਕੇ ਬਾਹਾਂ ਦੇ ਅੰਦਰ ਇੱਕ ਬਾਹ ਪਾਉਂਦੇ ਨੇ। ਫਿਰ ਪਿੱਛੋਂ ਨਾ ਜਦੋਂ ਇੱਕ ਬਾਹ ਪਾਉਂਦੇ ਨੇ, ਉੱਥੇ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਤਖਤ ਤੋਂ ਖੜੇ ਹੋ ਗਏ ਤੇ ਮਹਾਰਾਜ ਭਾਈ ਬੱਲੂ ਨੂੰ ਕਹਿੰਦੇ ਨੇ, ਭਾਈ ਬੱਲੂ ਜੀ ਸਾਡਾ ਚੋਲਾ ਪਿੱਛੇ ਟੰਗਿਆ ਲਾ ਕੇ ਲਿਆਓ। ਮਹਾਰਾਜ ਭਾਈ ਬੱਲੂ ਤੋਂ ਚੋਲਾ ਪਵਾਉਂਦੇ ਨੇ ਗੋਇੰਦਵਾਲ ਸਾਹਿਬ। ਉਧਰ ਲਾਹੌਰ ਦੇ ਅੰਦਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਾਹ ਪਾ ਰਹੇ ਨੇ ਤੇ ਦੂਜੋਂ ਪਿੱਠ ਪਾਸੋਂ ਕਰਕੇ ਦੂਜੀ ਬਾਹ ਪਾਈ ਤੇ ਉਧਰੋਂ ਗੁਰੂ ਅਮਰਦਾਸ ਪਾਤਸ਼ਾਹ ਤਖਤ ਤੇ ਬੈਠੇ ਦੂਸਰੀ ਬਾਹ ਪਾ ਲਈ। ਸੰਗਤ ਸਾਰੀ ਤੁਹਾਡੀ ਤਰ੍ਹਾਂ ਸਜੀ ਹੋਈ ਸੀ। ਸੰਗਤ ਕਹਿੰਦੀ ਆ ਕੀ ਖੇਡ ਹੈ। ਮਹਾਰਾਜ ਬਾਹਾਂ ਲਾਉਂਦੇ ਨੇ ਸੰਗਤ ਵਿੱਚ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਅਸੀਂ ਬਾਹਾਂ ਨਹੀਂ ਲਾਉਂਦੇ, ਸਾਡਾ ਸ਼ਰਧਾ ਵਾਲਾ ਭਾਈ ਜੇਠਾ ਸਾਨੂੰ ਲਾਹੌਰ ਵਿਖੇ ਵਸਤਰ ਭੇਟਾ ਕਰ ਰਿਹਾ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ, ਤਾਹੇ ਗੁਰੂ ਸਰਬ ਨਿਦਾਨ ਦਾਨ ਦੇਤਾ। ਸੱਚੇ ਪਾਤਸ਼ਾਹ ਦਾਨ ਦੇ ਰਹੇ ਨੇ, ਨਿਦਾਨ ਕਰ ਰਹੇ ਨੇ। ਅੱਗੇ ਬਾਜ਼ਾਰ ਚੋਂ ਨਿਕਲੇ, ਚੋਲਾ ਟੰਗ ਦਿੱਤਾ। ਕਿਹਾ ਮਹਾਰਾਜ ਭਾਵਨਾ ਤਾਂ ਸੀ ਲੈਣ ਦੀ, ਪਰ ਜੇਬ 'ਚ ਪੈਸੇ ਨਹੀਂ। ਸਾਡੇ ਵਰਗਾ ਹੁੰਦਾ ਚੋਰੀ ਕਰਕੇ ਤੁਰ ਪੈਂਦਾ, ਕਿਉਂਕਿ ਮਹਾਰਾਜ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਸਗਾਏ। ਉਹ ਪਰਾਇਆ ਹੱਕ ਜਿਹੜਾ ਚੋਰੀ ਕਰਕੇ ਦਿੱਤਾ, ਗੁਰੂ ਨੂੰ ਭੇਟਾ ਕੀਤਾ, ਉਹ ਗੁਰੂ ਨੂੰ ਪ੍ਰਵਾਨ ਨਹੀਂ। ਜਦੋਂ ਤੂੰ ਆਪਣੀ ਭੇਟਾ ਨਹੀਂ ਲਿਆਇਆ, ਮਨ 'ਚ ਭਾਵਨਾ ਰੱਖੀ, ਉਹ ਗੁਰੂ ਨੂੰ ਭੇਟਾ ਕੀਤੀ, ਉਹ ਗੁਰੂ ਨੂੰ ਪ੍ਰਵਾਨ ਹੈ। ਦੇਖ ਮਹਾਰਾਜ ਗੋਇੰਦਵਾਲ ਸਾਹਿਬ, ਉਧਰ ਗੁਰੂ ਰਾਮਦਾਸ ਜੀ ਲਾਹੌਰ, ਭੇਟਾ ਪ੍ਰਵਾਨ ਹੋ ਰਹੀ ਹੈ, ਮਨ ਦੀਆਂ ਤਾਰਾਂ ਜੁੜ ਰਹੀਆਂ ਨੇ। ਮਹਾਰਾਜ ਰਾਤ ਨੂੰ ਸ਼ਾਮ ਪੈਣ ਲੱਗੀ, ਲਾਹੌਰ ਰੁਕ ਕੇ ਹੀ ਜਾਣਾ ਸੀ। 70 ਕਿਲੋਮੀਟਰ ਦਾ ਪਿੰਡ ਆ, ਤਕਰੀਬਨ 70 ਮੀਲ ਦਾ, ਇੱਕ ਦਿਨ 'ਚ ਤਾਂ ਨਹੀਂ ਤੈਅ ਹੋਣਾ ਸੀ। ਤੇ ਇੱਕ ਰਸਤੇ 'ਚੋਂ ਸ਼ਾਮ ਨੂੰ ਨਿਕਲ ਰਹੇ ਸੀ। ਅੰਬ ਵਾਲਾ ਨਾ ਅੰਬ ਦੇਣ ਨੂੰ ਸ਼ਾਮ ਨੂੰ ਕਾਹਲਾ ਸੀਗਾ ਤੇ ਉਹ ਨਾ ਆਪਣੇ ਜਿਹੜੇ ਬਾਕੀ ਬਚੇ ਅੰਬ ਸੀਗੇ ਉਹ ਸਾਰਿਆਂ ਨੂੰ ਵੰਡੀ ਜਾਂਦਾ ਸੀ। ਇੱਕ ਅੰਬ ਨਾ ਉੱਥੇ ਸਰਿਆਂ ਦੇ ਅੰਦਰ ਜਿੱਥੇ ਰੁਕੇ ਸੀਗੇ, ਉਹ ਗੁਰੂ ਰਾਮਦਾਸ ਮਹਾਰਾਜ ਨੂੰ ਵੀ ਦੇ ਗਿਆ। ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਉਹ ਅੰਬ ਮਿਲ ਗਿਆ, ਸਵੇਰ ਦਾ ਸੀਗਾ, ਪੱਕਾ ਵੱਡਾ ਅੰਬ ਸੀ, ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਕਿਹਾ ਇਹ ਅੰਬ ਨਾ ਅਸੀਂ ਗੁਰੂ ਅਮਰਦਾਸ ਜੀ ਨੂੰ ਭੇਟਾ ਕਰਾਂਗੇ। ਤੇ ਉਹ ਅੰਬ ਰੱਖ ਕੇ ਨਾ ਸਰਾਣੇ ਦੇ ਕੋਲ ਜਦੋਂ ਆਪ ਪੈਣ ਲੱਗੇ ਤੇ ਦੇਖਿਆ ਉਹ ਅੰਬ ਫੁੱਟ ਗਿਆ, ਉਸ ਚੋਂ ਰਸ ਨਿਕਲਣ ਲੱਗ ਪਿਆ। ਤੇ ਕਿਹਾ ਗੁਰੂ ਅਮਰਦਾਸ ਜੀ ਨੂੰ ਇੱਥੋਂ ਹੀ ਭੇਟਾ ਕਰ ਦਿੰਦੇ ਆ। ਸੱਚੇ ਪਾਤਸ਼ਾਹ ਨੇ ਨੇਤਰ ਬੰਦ ਕੀਤੇ, ਛਿਲਕਾ ਉਹਦਾ ਫਾੜਿਆ ਤੇ ਪਾਤਸ਼ਾਹ ਨੇ ਉਹ ਅੰਬ ਨਾ ਚੂਪਣਾ ਸ਼ੁਰੂ ਕਰ ਦਿੱਤਾ ਵੀ ਗੁਰੂ ਅਮਰਦਾਸ ਜੀ ਨੂੰ ਪਿਆ ਰਹੇ ਨੇ, ਖਵਾ ਰਹੇ ਨੇ। ਤੇ ਉੱਥੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਭਾਈ ਬੱਲੂ ਨੂੰ ਕਿਹਾ, ਖਿਚੜੀ ਖਾਂਦੇ ਸੀ ਮਹਾਰਾਜ, ਸਲੂਣਾ ਦਲੀਆ ਖਾਂਦੇ ਸੀਗੇ। ਕਹਿੰਦੇ ਭਾਈ ਬੱਲੂ ਜੀ ਅੱਜ ਮਿੱਠੇ ਦੇ ਅੰਦਰ ਅੰਬ ਆਇਆ ਸੰਗਤ ਵੱਲੋਂ। ਮਹਾਰਾਜ ਜੀ ਨਾ ਬੜੇ ਪ੍ਰੇਮ ਦੇ ਨਾਲ ਹੱਥਾਂ ਦੇ ਅੰਦਰ ਇਸ ਤਰ੍ਹਾਂ ਜਿਸ ਤਰ੍ਹਾਂ ਅੰਬ ਹੈ ਉਹ ਚੂਸਣ ਲੱਗ ਪਏ। ਕਿਹਾ ਮਹਾਰਾਜ ਅੰਬ ਤਾਂ ਹੈ ਨਹੀਂ। ਮਹਾਰਾਜ ਕਹਿੰਦੇ ਠਹਿਰ ਜਾ, ਹੁਣੇ ਤੈਨੂੰ ਗੁਠਲੀ ਦਿਖਾਣੇ ਆ। ਜਦੋਂ ਲਾਹੌਰ ਦੇ ਅੰਦਰ ਗੁਰੂ ਰਾਮਦਾਸ ਜੀ ਨੇ ਪੂਰਾ ਅੰਬ ਛਕ ਲਿਆ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਠਲੀ ਰੱਖ ਦਿੱਤੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੱਥ ਦੇ ਅੰਦਰ ਗੁਠਲੀ ਆ ਗਈ। ਗੋਇੰਦਵਾਲ ਸਾਹਿਬ ਮਹਾਰਾਜ ਭਾਈ ਬੱਲੂ ਨੂੰ ਕਹਿੰਦੇ ਆ ਲੈ ਅੰਬ ਛਕ ਲਿਆ। ਆਖਣਾ ਕਰੋ ਸਤਨਾਮ। ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਕੋਲ ਜਦੋਂ ਲਾਹੌਰ ਤੋਂ ਵਾਪਸ ਪਹੁੰਚੇ ਤੇ ਭਾਈ ਜੇਠਾ ਜੀ ਨੇ ਮਹਾਰਾਜ ਨੂੰ ਮੱਥਾ ਟੇਕਿਆ। ਕਿਹਾ ਮਹਾਰਾਜ ਤੁਹਾਡੀ ਜਿਹੜੀ ਸਭਾ ਸੀਗੀ ਉਹ ਤੁਹਾਡੀ ਕਿਰਪਾ ਦੇ ਨਾਲ ਫਤਿਹ ਕਰਕੇ ਆਏ ਆ, ਪੰਡਤਾਂ ਨੂੰ ਚਰਚਾ ਦੇ ਅੰਦਰ ਹਰਾ ਕੇ ਆਏ ਆ ਤੇ ਮਹਾਰਾਜ ਲਾਹੌਰ ਦੇ ਅੰਦਰ ਸਾਰੀ ਮੋਰਚਾ ਫਤਿਹ ਕਰਕੇ ਗੁਰਬਾਣੀ ਦਾ ਪਰਪੱਕ ਪ੍ਰਚਾਰ ਕਰਕੇ ਜਦੋਂ ਪਹੁੰਚੇ ਕਿ ਮਹਾਰਾਜ ਕਹਿੰਦੇ ਤੇਰੀ ਭੇਟਾਵਾਂ ਪ੍ਰਵਾਨ ਹੋ ਗਈਆਂ। ਕਿਹਾ ਮਹਾਰਾਜ ਭੇਟਾ? ਮਹਾਰਾਜ ਕਹਿੰਦੇ ਚੋਲਾ ਅਸੀਂ ਪਾ ਲਿਆ ਸੀ, ਅੰਬ ਅਸੀਂ ਛਕ ਲਿਆ ਸੀ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਕਹਿੰਦੇ ਮਹਾਰਾਜ ਇਹ ਕਿਸ ਤਰ੍ਹਾਂ ਹੋ ਸਕਦਾ, ਮੈਂ ਤਾਂ ਉੱਥੇ ਅੰਬ ਆਪ ਛਕ ਲਿਆ ਸੀ, ਉਹ ਫੱਟਣ ਵਾਲਾ ਸੀ। ਮਹਾਰਾਜ ਕਹਿੰਦੇ ਭਾਈ ਬੱਲੂ ਜੀ ਗੁਠਲੀ ਕੱਢ ਕੇ ਲਿਆਓ। ਗੁਰਦੁਆਰਾ ਚੁਬਾਰਾ ਸਾਹਿਬ ਤੋਂ ਗੁਠਲੀ ਕੱਢ ਕੇ ਦਿਖਾਈ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਚਰਨਾਂ ਦੇ ਢਹਿ ਪਏ। ਸੱਚੇ ਪਾਤਸ਼ਾਹ ਨੇ ਕਿਹਾ ਮਹਾਰਾਜ ਤੁਸੀਂ ਸਾਡੇ ਗਰੀਬਾਂ ਦੀ ਭਾਵਨਾਵਾਂ ਨੂੰ, ਸਾਡੀ ਸ਼ਰਧਾ ਨੂੰ ਕਿੰਨੀ ਮਹਾਰਾਜ ਪੂਰਨਤਾ ਹੀ ਦਿੰਦੇ ਹੋ। ਕਿਉਂਕਿ ਸਿੱਖ ਦਾ ਜਦੋਂ ਅਸੀਂ ਅਰਦਾਸ ਕਰਦੇ ਹਾਂ, ਸਾਡਾ ਕਾਜ ਕੋਈ ਪੂਰਾ ਹੋ ਜਾਂਦਾ ਹੈ, ਸਾਡੇ ਮਨ ਦੇ ਅੰਦਰ ਗੁਰੂ ਦੇ ਭਰੋਸਾ ਵੱਜ ਜਾਂਦਾ। ਸੋ ਕਈ ਪ੍ਰਕਾਰ ਦੀਆਂ ਪ੍ਰੀਖਿਆਵਾਂ ਵੀ ਹੋਈਆਂ। ਸੱਚੇ ਪਾਤਸ਼ਾਹ ਮਹਾਰਾਜ ਨੇ ਥੜਾ ਬਣਾਇਆ
ਉਹ ਥੜੇ ਦੇ ਅੰਦਰ ਵੀ ਪੂਰਨਤਾਈ ਹੋਈ। ਗੋਇੰਦਵਾਲ ਸਾਹਿਬ ਦੀ ਪਹਿਲੀ ਪੌੜੀ ਦੇ ਉੱਤੇ ਥੜਾ ਮਹਾਰਾਜ ਦਾ ਮੌਜੂਦ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਤਾ ਗੱਦੀ ਦੇ ਉੱਤੇ ਬਾਇਆ। ਤਕਰੀਬਨ 6 ਸਾਲ 9 ਮਹੀਨੇ ਪਾਤਸ਼ਾਹ ਗੁਰੂ ਰਾਮਦਾਸ ਜੀ ਗੁਰਤਾ ਗੱਦੀ ਤੇ ਸੁਭਾਏਮਾਨ ਰਹੇ। ਸੱਚੇ ਪਾਤਸ਼ਾਹ ਜਦੋਂ ਗੁਰਤਾ ਗੱਦੀ ਤੇ ਬੈਠੇ ਤੇ ਮਹਾਰਾਜ ਜੀ ਦੇ ਦਰ ਦੇ ਉੱਤੇ ਲక్ష్ਮੀ ਖੜੀ ਤੁਮਰੇ ਦਰਬਾਰਾ, ਸਰਬ ਦੇਵਤੇ ਕਰੇ ਨਮਸਕਾਰਾ। 33 ਕਰੋੜ ਦੇਵੀ ਦੇਵਤੇ ਵੀ ਮਹਾਰਾਜ ਦੇ ਦਰਬਾਰ ਦੇ ਵਿੱਚ ਖੜੇ ਰਹਿੰਦੇ ਸੀ, ਕਿਉਂਕਿ ਗੁਰੂ ਨਾਨਕ ਸਾਹਿਬ ਤੋਂ 12 ਕੋਹ ਲక్ష్ਮੀ ਦੂਰ ਰੱਖੀ, ਗੁਰੂ ਅੰਗਦ ਦੇਵ ਜੀ ਨੇ 6 ਕੋਹ ਦੂਰ ਰੱਖੀ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਕਿਹਾ ਸੀਗਾ ਬਈ ਬੂਹੇ ਤੇ ਖੜੀ ਰਹੇਗੀ, ਅੰਦਰ ਨਹੀਂ ਵਾੜਾਂਗੇ। ਚੌਥੇ ਜਾਮੇ ਦੇ ਅੰਦਰ ਫਿਰ ਲక్ష్ਮੀ ਮਹਾਰਾਜ ਦੇ ਦਰ ਦੇ ਉੱਤੇ ਚਰਨਾਂ 'ਚ ਆ ਗਈ ਸੀ। ਅੱਜ ਦਰਬਾਰ ਸਾਹਿਬ ਖਾਲਸਾ ਜੀ ਮਾਇਆ ਦਾ ਕੋਈ ਅੰਤ ਨਹੀਂ। ਰਾਗੀਆਂ ਦਾ ਜੋ ਕੀਰਤਨ ਦਰਬਾਰ ਸਾਹਿਬ ਦੇ ਭਾਈ ਹਰਜੋਤ ਸਿੰਘ ਜੀ ਸਾਡੇ ਕੋਲ ਸਕਾਰਪੁਰੋਂ ਨੇ, ਦਰਬਾਰ ਸਾਹਿਬ ਹੀ ਹਾਜ਼ਰੀ ਭਰੀ ਹੈ ਇਹਨਾਂ ਨੇ। ਜੋ ਇਹਨਾਂ ਦੇ ਕੀਰਤਨ ਦੇ ਅੰਦਰ ਦਰਬਾਰ ਸਾਹਿਬ ਵਾਲੇ ਕੀਰਤਨ ਇਹਨਾਂ ਦੇ ਜਿਹੜੇ ਕਰ ਆਉਂਦੇ ਨੇ, ਉਹਨਾਂ 'ਚ ਜੋ ਰਸ ਹੁੰਦਾ ਨਾ, ਉਹ ਬੜਾ ਹੀ ਆਨੰਦਮਈ ਹੁੰਦਾ। ਉਹਨਾਂ ਦੇ ਪ੍ਰੇਮ ਜਿਹੜਾ ਉਹ ਗੁਰਬਾਣੀ ਪੜ੍ਹਦੇ ਨੇ, ਉਹ ਕਈ ਵਾਰੀ ਦਿਲ ਹੀ ਨਹੀਂ ਕਰਦਾ ਉੱਠਣ ਦਾ, ਕਈ ਕੰਮ ਨੂੰ ਕਾਹਲੀ ਵੀ ਹੋ ਰਹੀ ਹੁੰਦੀ ਹੈ, ਪਰ ਕਹਿੰਦੇ ਦਰਬਾਰ ਸਾਹਿਬ ਦਾ ਜੱਥਾ ਸੁਣ ਕੇ ਜਾਵਾਂਗੇ। ਸੋ ਖਾਲਸਾ ਜੀ ਉਹ ਜਿਹੜਾ ਪ੍ਰੇਮ ਕੀਰਤਨ ਦੇ ਅੰਦਰ ਮਹਾਰਾਜ ਦੇ ਦਰ ਤੋਂ ਸੰਗਤ ਦੀ ਝੋਲੀ 'ਚ ਦਾਤ ਪਾਈ ਭਾਈ ਸੱਤੇ ਬਲਵੰਡ ਤੋਂ ਬਾਅਦ, ਉਹ ਵੀ ਬੜੀ ਮਹਾਰਾਜ ਦੀ ਸਲਾਹਨਾਯੋਗ ਦਾਤ ਸੀ। ਸੋ ਮਹਾਰਾਜ ਦੇ ਦਰ ਦੇ ਉੱਤੇ ਬੇਅੰਤ ਐਸੇ ਕੌਤਕ ਨੇ ਜੋ ਵਿਚਾਰੇ ਜਾ ਸਕਦੇ ਨੇ, ਪਰ ਸਮੇਂ ਦੇ ਲਿਹਾਜ਼ ਦੇ ਨਾਲ ਸਮਾਪਤੀ ਹੈ। ਸਮਾਂ ਵਧੇਕ ਹੀ ਹੋ ਗਿਆ। ਸਵਈਆਂ ਦੇ ਅਰਥ ਕਰਨ ਦਾ ਮਨ ਸੀਗਾ, ਪਰ ਸਮਾਂ ਵਧੇਕ ਹੋ ਗਿਆ, ਮਾਫੀ ਚਾਹੁੰਦੇ ਆ। ਕੱਲ ਵੀਕਐਂਡ ਦੇ ਦੀਵਾਨਾਂ ਦੇ ਅੰਦਰ ਗੁਰੂ ਅੰਗਦ ਦੇਵ ਪਾਤਸ਼ਾਹ ਦਾ ਇਤਿਹਾਸ ਉਹ ਉਸੇ ਤਰ੍ਹਾਂ ਵਿਚਾਰਿਆ ਜਾਵੇਗਾ। ਤੇ ਕੱਲ ਦਰਬਾਰ ਦੇ ਅੰਦਰ ਵੀ ਗੁਰੂ ਰਾਮਦਾਸ ਮਹਾਰਾਜ ਦੇ ਗੁਰਪੁਰਬ ਦੇ ਪ੍ਰਥਾਏ ਜੋ ਅਖੰਡ ਪਾਠ ਸਾਹਿਬ ਰੱਖਿਆ, ਉਹਦੀ ਸਮਾਪਤੀ ਕੱਲ ਹੈ। ਕੱਲ ਵੀ 11:30 ਤੋਂ 12 ਵਜੇ ਤੱਕ ਕਥਾ ਉਹਦੇ ਪ੍ਰਥਾਏ ਉਪਰੰਤ ਦੀਵਾਨ ਸੱਜਣਗੇ ਤੇ ਸੰਗਤ ਨੇ ਕੱਲ ਵੀ ਹਾਜ਼ਰੀਆਂ ਭਰਨੀਆਂ, ਆਪਣੇ ਦਸੌਂਧ ਦੀ ਮਾਇਆ ਸੱਚੇ ਪਾਤਸ਼ਾਹ ਮਹਾਰਾਜ ਦੇ ਦਰ ਦੇ ਉੱਤੇ ਦੇਣੀ, ਆਪਣੀ ਕਿਰਤ ਕਮਾਈਆਂ ਵੀ ਸਫਲੀਆਂ ਕਰਨੀਆਂ ਤੇ ਸੱਚੇ ਪਾਤਸ਼ਾਹ ਨੂੰ ਅਰਦਾਸ ਕਰਨੀ, ਮਹਾਰਾਜ ਅੰਮ੍ਰਿਤ ਵੇਲੇ ਦੇ ਜਾਗਣੇ, ਗੁਰਬਾਣੀ ਪੜਨ ਦੀ ਦਾਤ ਬਖਸ਼ਿਸ਼ ਕਰੋ, ਸੰਗਤਾਂ ਦੇ ਚਰਨਾਂ ਦੀ ਧੂੜ ਬਖਸ਼ਿਸ਼ ਕਰੋ। ਅਸੀਂ ਤੁਹਾਡੇ ਪ੍ਰਚਾਰਕਾਂ ਦਾ, ਰਾਗੀ ਸਿੰਘਾਂ ਦਾ, ਢਾਡੀ ਸਿੰਘਾਂ ਦਾ ਵੱਧ ਤੋਂ ਵੱਧ ਸਤਿਕਾਰ ਕਰ ਸਕੀਏ, ਕਿਉਂਕਿ ਖਾਲਸਾ ਜੀ 10ਵੇਂ ਪਾਤਸ਼ਾਹ ਮਹਾਰਾਜ ਦਾ ਇੱਕ ਬਚਨ ਹੈ, ਉਹ ਮੈਂ ਕਹਿ ਕੇ ਸਮਾਪਤੀ ਕਰਾਂਗਾ। 10ਵੇਂ ਪਾਤਸ਼ਾਹ ਮਹਾਰਾਜ ਨੂੰ ਨਾ ਇੱਕ ਕਵੀ ਦੀ ਨਾ ਕਵਿਤਾ ਬੜੀ ਪਸੰਦ ਆ ਗਈ ਤੇ ਮਹਾਰਾਜ ਕਹਿੰਦੇ ਵੀ ਇਹਨੂੰ ਨਾ ਅੰਦਰੋਂ ਹਾਥੀ ਖੋਲ ਕੇ ਦੇ ਦਿਓ। ਮਹਾਰਾਜ ਨੇ ਹਾਥੀ ਖੋਲ ਕੇ ਕਵੀ ਨੂੰ ਦੇਤਾ, ਕਵੀ ਰੋਣ ਲੱਗ ਪਿਆ। ਮਹਾਰਾਜ ਕਹਿੰਦੇ ਸਾਡੇ ਕੋਲ ਇੱਕੋ ਪ੍ਰਸਾਦੀ ਹਾਥੀ ਸੀ, ਅਸੀਂ ਤੈਨੂੰ ਦੇ ਦਿੱਤਾ, ਹੁਣ ਕਿਉਂ ਰੋਣਾ? ਬਈ ਉਹ ਸਾਡੇ ਕੋਲ ਇੱਕੋ ਹਾਥੀ ਜਿਹੜਾ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਕੋਲ ਨਹੀਂ, ਤੈਨੂੰ ਦੇ ਦਿੱਤਾ। ਕਿਹਾ ਮਹਾਰਾਜ ਹਾਥੀ ਤਾਂ ਤੁਸੀਂ ਦੇਤਾ, ਹਾਥੀ ਨੂੰ ਖਵਾਣਾ ਕੀ ਹੈ? ਆਖਣਾ ਕਰੋ ਸਤਨਾਮ। ਕਿਹਾ ਮਹਾਰਾਜ ਹਾਥੀ ਦੀ ਖੁਰਾਕ ਕਿਹੜਾ ਘੱਟ ਹੈ? ਮਹਾਰਾਜ ਬੜੇ ਖੁਸ਼ ਹੋਏ। ਭਾਈ ਨੰਦ ਲਾਲ ਜੀ ਨੂੰ, ਭਾਈ ਨੰਦ ਜੀ ਨੂੰ, ਜਿਹੜੇ ਮਹਾਰਾਜ ਭਾਈ ਨੰਦ ਲਾਲ ਜੀ ਕਵੀਆਂ ਦੇ ਅੰਦਰ ਉਹ ਸਿਰਮੌਰ ਕਵੀ ਸੀਗੇ, ਤੇ ਭਾਈ ਨੰਦ ਜੀ ਮਹਾਰਾਜ ਜੀ ਦੇ ਨਾ ਗੁਰਬਖਸ਼ ਜੀ ਸੀਗੇ, ਜਿਹੜੇ ਆਪਾਂ ਜਿਹਨੂੰ ਕਹਿ ਲਈਏ ਖਜ਼ਾਨਚੀ ਸੀਗੇ। ਮਹਾਰਾਜ ਕਹਿੰਦੇ ਸਾਡੀ ਢਾਲ ਲਿਆਓ, ਢਾਲ ਦੇ ਅੰਦਰ ਜਿੰਨੀਆਂ ਸ਼ਰਫੀਆਂ ਸੋਨੇ ਦੀ ਭਰਦੀਆਂ ਨਾ ਇਸ ਕਵੀ ਨੂੰ ਦੇ ਦਿਓ। ਮਹਾਰਾਜ ਖਾਲਸਾ ਜੀ ਉਹ ਕਦਰਦਾਨ ਸੀਗੇ ਕਵੀਆਂ ਦੇ, ਢਾਡੀਆਂ ਦੇ, ਰਾਗੀਆਂ ਦੇ। ਖਾਲਸਾ ਜੀ ਜੇ ਸਾਡੀ ਕੌਮ ਪ੍ਰਚਾਰਕਾਂ ਦੀ ਕਦਰਦਾਨ ਹੋਵੇਗੀ ਨਾ, ਉਹ ਵੀ ਡਟ ਕੇ ਪ੍ਰਚਾਰ ਕਰਨਗੇ। ਗੁਰੂ ਸਾਹਿਬ ਮਹਾਰਾਜ ਨੇ ਕਿਹਾ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਸੋ ਜਦੋਂ ਦੇਣ ਵਾਲੇ ਆਉਂਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇ ਕਹਿੰਦੇ ਦਾਨੀ ਨਾ ਤੋਸੋ। ਮਹਾਰਾਜ ਤੋਂ ਵੱਡਾ ਫਿਰ ਕੋਈ ਦਾਨੀ ਨਹੀਂ ਹੁੰਦਾ ਸੀ। ਢਾਲ ਭਰ ਕੇ ਮਾਲ ਟੇਕਰੀ ਸਾਹਿਬ ਮਹਾਰਾਜ ਨੇ ਅਸ਼ਰਫੀਆਂ ਵੰਡੀਆਂ ਨੇ। ਕਲਗੀਧਰ ਪਾਤਸ਼ਾਹ ਐਸੇ ਹੋਏ ਨੇ, ਸਵਰਨੇ ਕੋ ਬਚਨ ਪ੍ਰਵਾਨ ਕਰਨੇ। ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਸਾਰੀ ਸੰਗਤ ਨੂੰ ਕਰੋੜ ਕਰੋੜ ਬੇਅੰਤ ਵਧਾਈਆਂ ਹੋਣ। ਸੱਚੇ ਪਾਤਸ਼ਾਹ ਸਾਨੂੰ ਵੀ ਗੁਰਬਾਣੀ ਨਾਲ ਜੋੜਨ, ਆਪਣੇ ਚਰਨਾਂ ਨਾਲ ਜੋੜਨ, ਪ੍ਰੇਮ ਪਿਆਰ ਬਖਸ਼ਿਸ਼ ਕਰਨ, ਸੰਗਤ ਦੇ ਅੰਦਰ ਏਕਤਾ ਬਖਸ਼ਿਸ਼ ਕਰਨ। ਇੰਨੇ ਕੁ ਬਚਨ ਪ੍ਰਵਾਨ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਦੀ ਇੱਥੇ ਹੀ ਸਮਾਪਤੀ ਹੈ ਜੀ। ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗਾਵਾਂ ਦਿਨ
ਗੁਣ ਗਾਵਾਂ ਦਿਨ ਰਾਤ। ਨਾਨਕ ਚਾਓਏ ਹੋ, ਨਾਨਕ ਚਾਓਏ ਹੋ। ਨਾਨਕ ਚਾਓਏ ਹੋ, ਨਾਨਕ ਚਾਓਏ ਹੋ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਨਾ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ, ਹਿਮਿਆ ਤਾਰ। ਅੰਧ ਕੂਪ ਮਹਾ ਭਿਆਨ, ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ, ਫਾਹੇ ਕਾਟੇ ਮਿਟੇ ਗਵਨ, ਫਤਿਹ ਭਈ ਮਨ ਜੀਤ, ਨਾਨਕ ਗੁਰ ਤੇ ਥਿਤ ਪਾਈ, ਫਿਰ ਨ ਮਿਟੇ ਨਿਤ ਨੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।